ਯੂਕੇ ਵਿੱਚ ਸੰਗਤ ਟੀਵੀ ਦੇਖ ਰਹੇ ਸਭ ਦਰਸ਼ਕਾਂ ਤੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ ਤੇ ਤੁਸੀਂ ਦੇਖ ਰਹੇ ਹੋ ਗੁੱਡ ਮਾਰਨਿੰਗ ਸੰਗਤ। ਔਰ ਇਸ ਸ਼ੋਅ ਦੇ ਵਿੱਚ ਅਸੀਂ ਜਿਸ ਤਰ੍ਹਾਂ ਹਰ ਰੋਜ਼ ਨਵੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ, ਜੋ ਵੀ ਆਸੇ-ਪਾਸੇ ਦੁਨੀਆ 'ਚ, ਦੇਸ਼ ਵਿੱਚ, ਵਿਦੇਸ਼ ਵਿੱਚ ਔਰ ਖਾਸ ਕਰਕੇ ਪੰਜਾਬ 'ਚ ਵਾਪਰਦਾ, ਉਹ ਤੁਹਾਡੀ ਨਜ਼ਰ ਕਰਦੇ ਹਾਂ। ਤੁਸੀਂ ਸਾਰਿਆਂ ਨੇ ਦੀਵਾਲੀ ਔਰ ਬੰਦੀ ਛੋੜ ਦਿਵਸ ਨੂੰ ਬੜੇ ਖੁਸ਼ੀਆਂ ਖੇੜਿਆਂ ਨਾਲ ਮਨਾਇਆ ਹੋਏਗਾ ਔਰ ਸਾਨੂੰ ਆਸ ਹੈ ਕਿ ਤੁਸੀਂ ਸਾਰੇ ਉਹ ਜਿਹੜੇ ਮਨਾਏ ਆ ਤਿਉਹਾਰ, ਉਹਨਾਂ ਤੋਂ ਹੁਣ ਅੱਜ ਆਪਣੇ ਕੰਮਾਂ ਵੱਲ ਨੂੰ ਜਾਣ ਦੀ ਤਿਆਰੀ ਕਰ ਰਹੇ ਹੋਗੇ। ਔਰ ਇਸ ਵੇਲੇ ਜਦੋਂ ਕਿ ਲੰਡਨ 'ਚ 11 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਅਤੇ ਉਸ ਦੇ ਵਿੱਚ ਉਸ ਦੇ ਮੁਤਾਬਕ ਜਿਸ ਤਰ੍ਹਾਂ ਸਾਡੀ ਮੌਸਮ ਬਦਲਦਾ ਅਤੇ ਸਾਡੀ ਵੀ ਜੀਵਨ ਜਾਂਚ ਬਦਲਦੀ ਹੈ, ਸਾਡਾ ਬਾਕੀ ਦਾ ਜਿਹੜਾ ਰੁਝਾਨ ਹੈ ਉਹ ਬਦਲਦਾ। ਉਹ ਸਾਰੇ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੀ ਤਿਆਰੀ ਵੀ ਕਰ ਰਹੇ ਹੋਗੇ ਅਤੇ ਜ਼ਿੰਦਗੀ ਦੇ ਬਾਕੀ ਜਿਹੜੇ ਜ਼ਰੂਰੀ ਕੰਮਕਾਜ ਹੈ ਉਹਨਾਂ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਹੋਗੇ। ਤਾਂ ਉਸ ਦੇ ਵਿੱਚ ਸਾਡੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਜਿਹੜੀਆਂ ਸਾਰੀਆਂ ਇੰਪੋਰਟੈਂਟ ਔਰ ਅਹਿਮ ਘਟਨਾਵਾਂ ਉਹ ਜ਼ਰੂਰ ਤੁਹਾਡੀ ਨਜ਼ਰ ਕਰ ਦਿੱਤੀਆਂ ਜਾਣ। ਅਤੇ ਅਸੀਂ ਅੱਜ ਦੇਖਦੇ ਹਾਂ ਕਿ ਯੂਕੇ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਬਿਰਧ ਸਿੱਖ ਵਿਧਵਾ ਔਰਤ ਹੈ ਗੁਰਮੀਤ ਕੌਰ ਸੋਹਲ 75 ਸਾਲਾਂ ਦੀ, ਕਿ ਉਸ ਦੇ ਲਈ ਕਿਸ ਤਰ੍ਹਾਂ ਜਿਹੜੇ ਸਾਰੇ ਯੂਕੇ ਦੇ ਵਾਸੀਆਂ ਨੇ ਉਸ ਦੇ ਲਈ ਔਨਲਾਈਨ ਪਟੀਸ਼ਨ ਕਰਕੇ ਲਗਭਗ 62,000 ਲੋਕਾਂ ਨੇ ਦਸਤਖਤ ਕਰਕੇ ਸਰਕਾਰ ਨੂੰ ਭੇਜੇ ਹੈ ਕਿ ਉਸ ਔਰਤ ਨੂੰ, ਗੁਰਮੀਤ ਕੌਰ ਨੂੰ ਡੀਪੋਰਟ ਨਾ ਕੀਤਾ ਜਾਵੇ। ਉਹ ਪਿਛਲੇ 10 ਸਾਲ ਤੋਂ ਇੱਥੇ ਰਹਿ ਰਹੀ ਹੈ, 2009 ਵਿੱਚ ਇੱਥੇ ਆਈ ਸੀ ਔਰ ਉਸ ਤੋਂ ਬਾਅਦ ਲਗਾਤਾਰ ਉਹਨੇ ਇੱਥੇ ਰਹੀ ਹੈ ਔਰ ਆਪਣਾ ਘਰ ਜਿਹੜਾ ਉਹ ਵੀ ਉਸਨੇ ਇੱਥੇ ਉਸਾਰਿਆ ਹੈਗਾ। ਅਤੇ ਜਿਸ ਤਰ੍ਹਾਂ ਹੁਣ ਜਿਹੜਾ ਇੱਥੋਂ ਦਾ ਜਿਹੜਾ ਵੀਜ਼ਾ ਅਤੇ ਆਵਾਸ ਨਿਯਮ ਹੈ ਜਿਹੜੇ, ਉਹਨਾਂ ਮੁਤਾਬਕ ਜਿਸ ਤਰ੍ਹਾਂ ਸਰਕਾਰ ਦੇ ਉਸ ਵਿਭਾਗ ਵੱਲੋਂ ਇੱਕ ਕੋਸ਼ਿਸ਼ ਹੋ ਰਹੀ ਹੈ ਕਿ ਉਸ ਨੂੰ ਭਾਰਤ ਵਾਪਸ ਭੇਜਿਆ ਜਾਵੇ, ਪਰ ਭਾਰਤ ਵਿੱਚ ਵੀ ਉਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਨਹੀਂ ਹੈ। ਇਹ ਸਾਰੀ ਜਿਹੜੀ ਸਥਿਤੀ ਬਣੀ ਹੈ, ਇਸ ਦੇ ਉੱਤੇ ਅਸੀਂ ਪਹਿਲਾਂ ਸਭ ਤੋਂ ਗੱਲ ਕਰਾਂਗੇ। ਜੰਮੂ ਜੀ, ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਬੜੀ ਅਜੀਬ ਜੀ ਸਥਿਤੀ ਬਣੀ ਹੋਈ ਹੈ ਗੁਰਮੀਤ ਕੌਰ ਸੋਹਤਾ ਦੀ। ਨਾ ਕਹਿਣ ਨੂੰ ਮਤਲਬ ਕਿਹਾ ਜਾਂਦਾ ਵੀ 2.5 गज ਜ਼ਮੀਨ ਨਹੀਂ ਰਹਿਣੇ ਕੇ ਲਈ, ਵੈਸੇ ਸਾਰਾ ਸਮਾਨ ਹਮਾਰਾ ਹੈ। ਮਤਲਬ ਉਹਨੂੰ ਹੁਣ ਰਹਿਣ ਲਈ ਥੋੜ੍ਹੀ ਜਿਹੀ ਜਗ੍ਹਾ ਚਾਹੀਦੀ ਹੈ। 75 ਸਾਲਾਂ ਦੀ ਉਹ ਹੋ ਗਈ ਹੈ ਅਤੇ ਹੁਣ ਉਹ ਕਿੱਧਰ ਜਾਵੇ? ਇਹ ਬਹੁਤ ਵੱਡਾ ਸੰਕਟ ਹੈ। ਅਤੇ ਜਿਹੜੇ ਉੱਥੇ ਲੋਕ ਨੇ, ਜਿਹੜੇ 62,000 ਜਿਨ੍ਹਾਂ ਦੀ ਤੁਸੀਂ ਚਰਚਾ ਕੀਤੀ ਹੈ, ਜਿਨ੍ਹਾਂ ਨੇ ਔਨਲਾਈਨ ਸਿਗਨੇਚਰ ਕੀਤੇ ਹੈ, ਦਸਤਖਤ ਕੀਤੇ ਹੈ, ਉਹ ਗਿਣਤੀ ਹੋਰ ਵੀ ਵੱਧ ਜਾਏਗੀ। ਅਤੇ ਬਰਤਾਨੀਆ ਸਰਕਾਰ ਨੂੰ ਚਾਹੀਦਾ ਹੈ ਕਿ ਮਤਲਬ ਜੰਮੂ ਜਿਹੜੀ ਬਰਤਾਨੀਆ ਦੇ ਵਿੱਚ ਆਮ ਤੌਰ 'ਤੇ ਅਸੀਂ ਦੇਖਿਆ ਕਿ ਮਨੁੱਖੀ ਅਧਿਕਾਰਾਂ ਦਾ, ਮਨੁੱਖੀ ਹੱਕਾਂ ਦੀ ਬਹੁਤ ਵੱਡੇ ਪੱਧਰ 'ਤੇ ਗੱਲ ਹੁੰਦੀ ਹੈ ਔਰ ਬਹੁਤ ਸਾਰੇ ਦੇਸ਼ਾਂ ਤੋਂ ਲੋਕ ਉੱਥੇ ਆਣ ਕੇ ਵਸੇ ਹੋਏ ਹੈ। ਅਤੇ ਖਾਸ ਕਰਕੇ ਜਿਹੜੇ ਮਾਨਵਤਾ ਦੇ ਭਲਾਈ ਦੀ ਗੱਲ ਨੂੰ ਜਦੋਂ ਆਉਂਦੀ ਹੈ ਤਾਂ ਯੂਕੇ ਜਿਹੜੀ ਸਰਕਾਰ ਹੈ ਉਹ ਆਪਣੇ ਆਪ ਨੂੰ ਕਹਿੰਦੀ ਹੈ ਕਿ ਅਸੀਂ ਇਸ ਗੱਲ ਦਾ ਬਹੁਤ ਖਿਆਲ ਰੱਖਦੇ ਹਾਂ, ਚਾਹੇ ਉੱਥੇ ਕੋਈ ਸ਼ਰਨਾਰਥੀ ਆਉਂਦੇ ਹੈ। ਅਤੇ ਉਸ ਸਥਿਤੀ ਵਿੱਚ ਤਾਂ ਖਾਸ ਕਰਕੇ ਜਿਹੜੀ ਜਦੋਂ 75 ਸਾਲਾਂ ਦੀ ਇੱਕ ਵਿਧਵਾ ਜਿਹੜੀ ਔਰਤ ਹੈ, ਉਸ ਦੇ ਲਈ ਤਾਂ ਉਹਨੂੰ ਜ਼ਰੂਰ ਹਮਦਰਦਾਨਾ ਢੰਗ ਨਾਲ ਸੋਚਣਾ ਚਾਹੀਦਾ, ਜਿਸ ਤਰ੍ਹਾਂ ਕਿ ਉੱਥੋਂ ਦੇ ਲੋਕ ਕਹਿ ਰਹੇ। ਬਿਲਕੁਲ, ਇਹ ਉੱਥੋਂ ਦੀ ਸਰਕਾਰ ਦਾ ਬਣਦਾ। ਬਹੁਤ ਵੱਡੀ ਗਿਣਤੀ ਹੋਵੇ ਤਾਂ ਫਿਰ ਵੱਖਰਾ ਸਵਾਲ ਹੈ। ਜਦੋਂ ਇੱਕ ਵਿਅਕਤੀ ਦਾ ਸਵਾਲ ਹੈ, ਇੱਕ ਔਰਤ ਦਾ ਸਵਾਲ ਹੈ, ਉਹ ਵੀ ਬੇਸਹਾਰਾ ਹੋਵੇ, ਉਸ ਦੇ ਮਾਮਲੇ ਦੇ ਵਿੱਚ ਤਾਂ ਬਰਤਾਨੀਆ ਸਰਕਾਰ ਨੂੰ ਬਹੁਤ ਹੀ ਲੀਨੀਅੰਟ ਵਿਊ ਲੈਣਾ ਚਾਹੀਦਾ। ਅਤੇ ਉਹਨੂੰ ਉੱਥੇ ਇੱਕ ਵਿਅਕਤੀ ਨੂੰ ਰੱਖਣ ਦਾ ਕੋਈ ਬਹੁਤ ਵੱਡਾ ਮਾਮਲਾ ਨਹੀਂ ਗਾ। ਤਾਂ ਉਹਦੇ ਬਾਰੇ ਉਹਨਾਂ ਨੂੰ ਚਾਹੀਦਾ ਹੈ ਕਿ ਇਹ ਫੈਸਲਾ ਲੈਣ ਮਾਨਵੀ ਹੱਕ ਐਂਗਲ ਤੋਂ, ਇਸ ਦ੍ਰਿਸ਼ਟੀਕੋਣ ਤੋਂ ਲੈਣਾ ਚਾਹੀਦਾ ਵੀ ਇਹ ਕੋਈ ਬਹੁਤ ਵੱਡਾ ਮਾਮਲਾ ਨਹੀਂ ਗਾ, ਵੱਡੀ ਗਿਣਤੀ ਨਹੀਂ ਗੀ। ਇਸ ਕਰਕੇ ਇੱਕ ਔਰਤ ਦਾ ਤਾਂ ਉਹ ਵੀ ਬਿਰਧ ਹੈ ਜੀ, ਨਾ ਹੀ ਉਹਦਾ ਇੱਕ ਘਰ ਹੈ ਛੋਟਾ ਜਿਹਾ, ਮਤਲਬ ਰਹਿਣ ਲਈ ਮਕਾਨ ਹੈ। ਅਤੇ ਇਸ ਕਰਕੇ ਜੇ ਨਹੀਂ ਵੀ ਉਹਦੇ ਕੋਲ ਦਸਤਾਵੇਜ਼, ਤਾਂ ਜਦੋਂ ਤੁਸੀਂ ਅਸਾਈਲਮ ਦਿੰਦੇ ਹੋ, ਕਈ ਕਿਸਮ ਦੇ ਲੋਕਾਂ ਨੂੰ ਵਸਾਉਂਦੇ ਹੋ, ਰੱਖਦੇ ਹੋ, ਅਤੇ ਇੱਕ ਔਰਤ ਦੀ ਜਿਹੜੀ 75 ਸਾਲ ਉਮਰ ਹੈ, ਹੋਰ 10 ਸਾਲ ਹੁੰਦੀ ਹੈ, ਮਤਲਬ ਅੱਜ ਕੱਲ੍ਹ 85। ਕਿਹਾ ਤਾਂ ਇਹੀ ਜਾਂਦਾ ਹੈ ਕਿ ਉਹਦੇ ਕੋਲ ਕਾਨੂੰਨੀ ਦਸਤਾਵੇਜ਼ ਨਹੀਂ ਹੈ, ਪਰ ਦਸਤਾਵੇਜ਼ ਨਾ ਵੀ ਹੋਣ ਤੇ ਮਨੁੱਖੀ ਅਧਿਕਾਰ ਜਿਹੜੇ ਆ ਉਹ ਇਸ ਗੱਲ ਦੀ ਮੰਗ ਕਰਦੇ ਆ ਕਿ ਉਸ ਨਾਲ ਜ਼ਰੂਰ ਹਮਦਰਦਾਨਾ ਢੰਗ ਨਾਲ, ਮਾਨਵਤਾ ਦਾ ਮੰਗ ਹੈ ਕਿ ਉਸ ਔਰਤ ਨੂੰ ਉੱਥੇ ਰੱਖਿਆ ਜਾਣਾ ਚਾਹੀਦਾ। ਕੋਈ ਇਸ ਕਿਸਮ ਦਾ ਮਾਮਲਾ ਨਹੀਂ ਹੋਣਾ ਚਾਹੀਦਾ। ਇੱਕ ਬੰਦੇ ਦੇ ਕਿੰਨਾ ਕੁ ਉਹਨੇ ਕੀ ਉਹਦੇ ਹੱਕ ਹਕੂਕ ਨੇ ਲੈਣੇ ਤੁਹਾਡੇ ਕੋਲੋਂ,
ਮਤਲਬ ਨਾ ਉਹਨੇ ਵੋਟ ਦਾ ਹੱਕ ਮੰਗਿਆ, ਨਾ ਕੋਈ ਹੋਰ ਅਧਿਕਾਰ ਮੰਗਿਆ, ਕੇਵਲ ਰਹਿਣ ਦਾ ਹੀ ਹੈ ਨਾ, ਤੋ ਦੇ ਦੇਣਾ ਚਾਹੀਦਾ। ਮੇਰਾ ਖਿਆਲ ਬਰਤਾਨੀਆ ਸਰਕਾਰ ਨੂੰ ਇੰਨਾ ਕੁ ਰਹਿਮਦਿਲ ਹੋਣਾ ਚਾਹੀਦਾ ਤੇ ਇਹਨੂੰ ਰਹਿਮ ਦੇ ਆਧਾਰ ਤੇ ਇਹਦਾ ਮਾਮਲਾ ਹੋਣਾ ਚਾਹੀਦਾ। ਉਹ ਜਿੱਥੇ ਭੇਜ ਵੀ ਰਹੇ ਉੱਥੇ ਵੀ ਉਸ ਦਾ ਕੋਈ ਹੈ ਨਹੀਂ ਨਾ, ਕੋਈ ਆਹੋ ਇੰਡੀਆ ਭੇਜਣਾ, ਉਹਦਾ ਵਾਰਸ ਤਾਂ ਕੋਈ ਇੱਧਰ ਹੈ ਨਹੀਂਗਾ, ਕੋਈ ਨਹੀਂ ਹੈ, ਕੋਈ ਪਰਿਵਾਰ ਦਾ ਹੁੰਦਾ ਨਹੀਂ ਹੈ ਜਿੱਥੇ ਆਣ ਕੇ ਉਹ ਟਿਕ ਸਕੇ। ਤਾਂ ਇਸ ਕਰਕੇ ਉਹ ਮਾਨਵਤਾ ਦੀ ਜਿਹੜੀ ਹਮਦਰਦੀ ਆ ਉਸ ਦੇ ਆਧਾਰ ਤੇ ਇਹ ਮੰਗ ਹੈ ਕਿ ਉੱਥੋਂ ਦੇ ਜਿਹੜੇ ਸਾਰੇ ਵਸਨੀਕ ਹੈ, ਸਿੱਖ ਸੰਗਤ ਹੈ, ਉਹ ਇਹ ਮੰਗ ਕਰ ਰਹੀ ਹੈ। ਤਾਂ ਇਹ ਜ਼ਰੂਰ ਇਸ ਗੱਲ ਨੂੰ ਦੇਖੋ ਸਟੇਜ ਸਥਿਤੀ ਤੇ ਇਹ ਹੈ ਵੀ ਕੈਪੀਟਲ ਦੁਨੀਆ ਦੀ ਪੂਰੀ ਦੁਨੀਆ 'ਚ ਘੁੰਮ ਰਹੀ ਹੈ, ਕੋਈ ਵੀ ਕਿਤੇ ਜਾ ਕੇ ਪੈਸਾ ਲਾਵੇ, ਇਨਵੈਸਟਮੈਂਟ ਲਈ ਪੂਰਾ ਜ਼ੋਰ ਲੱਗੇ, ਪਰ ਜਿਹੜੇ ਬੈਰੀਅਰ ਹੈ ਉਹ ਬੰਦੇ ਲਈ ਹੈ ਵੀ ਬੰਦਾ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਲਈ ਉਹਨੂੰ ਮਤਲਬ ਕਈ ਦਸਤਾਵੇਜ਼ ਚਾਹੀਦੇ, ਉਹਨੂੰ ਕਈ ਕੁਝ ਚਾਹੀਦਾ, ਮਤਲਬ ਉਹ ਦੂਜੇ ਦੇਸ਼ ਦੇ ਵਿੱਚ ਲੇਬਰ ਵੀ ਨਹੀਂ ਕਰ ਸਕਦਾ, ਕਿਰਤ ਵੀ ਨਹੀਂ ਕਰ ਸਕਦਾ। ਇਹ ਮਤਲਬ ਬਹੁਤ ਹੀ ਅਨਫਾਰਚੂਨੇਟ ਹੈਗਾ। ਪਰ ਇਸ ਮਾਮਲੇ ਦੇ ਵਿੱਚ ਬਰਤਾਨੀਆ ਸਰਕਾਰ ਨੂੰ ਕੁਝ ਮਤਲਬ ਰਹਿਮਦਿਲੀ ਦੇ ਐਂਗਲ ਤੋਂ ਸੋਚਣਾ ਚਾਹੀਦਾ ਤੇ ਮਾਨਵਤਾ ਦੇ ਨੂੰ ਧਿਆਨ 'ਚ ਰੱਖਦਿਆਂ ਹੋਇਆ ਇੱਕ ਬਿਰਧ ਔਰਤ ਨੂੰ ਸਹਾਰਾ ਦੇਣਾ ਉਹ ਦੇਣਾ ਚਾਹੀਦਾ। ਇਸ ਮਾਮਲੇ ਦੇ ਉੱਤੇ ਸਾਡੇ ਦਰਸ਼ਕ ਵੀ ਸਾਡੇ ਜਿਹੜੇ ਥੱਲੇ ਫੋਨ ਨੰਬਰ ਫਲੈਸ਼ ਹੋ ਰਹੇ ਆ ਉਸ ਤੇ ਸਾਡੇ ਨਾਲ ਸੰਪਰਕ ਕਰਕੇ ਆਪਣੀ ਗੱਲ ਕਹਿ ਸਕਦੇ ਆ ਇਸ ਮਾਮਲੇ ਦੇ ਬਾਰੇ, ਜੋ ਵੀ ਉਹ ਕਹਿਣਾ ਚਾਹਣ, ਕਿਉਂਕਿ ਇਹ ਸਾਡਾ ਗੁੱਡ ਮਾਰਨਿੰਗ ਸੰਗਤ ਸ਼ੋਅ ਜਿਹੜਾ ਲਾਈਵ ਹੁੰਦਾ ਔਰ ਇਸ ਦੇ ਵਿੱਚ ਬਹੁਤ ਸਾਰੇ ਦੋਸਤ ਜਿਹੜੇ ਆ ਸਾਡੇ ਨਾਲ ਜੁੜਦੇ ਵੀ ਆ ਔਰ ਆਪਣੀ ਗੱਲ ਵੀ ਕਹਿੰਦੇ ਆ। ਤਾਂ ਉਹ ਗੱਲ ਸੰਗਤ ਟੀਵੀ ਦੇਖ ਰਹੇ ਸਭ ਦਰਸ਼ਕਾਂ ਤੱਕ, ਸਭ ਦੋਸਤਾਂ ਤੱਕ ਪਹੁੰਚਦੀ ਵੀ ਹੈ। ਤਾਂ ਜੰਮੂ ਜੀ ਅਸੀਂ ਅਗਲੀ ਗੱਲ ਵੱਲ ਵਧਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਟਰੰਪ ਅਤੇ ਬਾਈਡਨ ਦੇ ਜਿਹੜੇ ਸੀਗੇ ਸਮਰਥਕ ਉਹ ਵਾਸ਼ਿੰਗਟਨ DC 'ਚ ਕੱਲ੍ਹ ਉਹਨਾਂ 'ਚ ਬਹੁਤ ਵੱਡੀ ਝੜਪ ਹੋਈ, ਜ਼ਖਮੀ ਵੀ ਹੋਏ, ਪੁਲਿਸ ਵਾਲੇ ਵੀ ਜ਼ਖਮੀ ਹੋਏ। ਅਤੇ ਉਹ ਸਾਰਾ ਕੁਝ ਇੰਝ ਲੱਗਦਾ ਹੈ ਕਿ ਜਿਵੇਂ ਡੋਨਾਲਡ ਟਰੰਪ ਜਿਹੜੇ ਆ ਉਹ ਸਾਰੇ ਅਮਰੀਕਾ 'ਚ ਇਸ ਤਰ੍ਹਾਂ ਦੀ ਸਥਿਤੀ ਪੈਦਾ ਕਰਨ ਦੇ ਰਾਹ ਪਏ ਹੋਏ ਆ। ਦੇਖੋ ਬੜੀ ਮੁਸ਼ਕਿਲ ਤੋਂ ਬਾਅਦ ਜਦੋਂ ਸਾਰਿਆਂ ਨੇ ਕਿਹਾ ਵੀ ਟਰੰਪ ਸਾਹਿਬ ਤੁਸੀਂ ਹਾਰ ਗਏ ਹੋ ਤੇ ਹਾਰ ਸਾਨੂੰ ਸਵੀਕਾਰ ਕਰ ਲੈਣੀ ਚਾਹੀਦੀ ਆ, ਰਿਸ਼ਤੇਦਾਰਾਂ ਨੇ ਵੀ ਕਹਿ ਦਿੱਤਾ, ਹੋਰਾਂ ਨੇ ਵੀ ਕਹਿ ਦਿੱਤਾ, ਉਹਦੀ ਜਿਹੜੀ ਪਤਨੀ ਹੈ ਦੂਜੀ ਮਿਲੇਨੀਅਮ ਉਹਨੇ ਵੀ ਕਹਿ ਦਿੱਤਾ, ਹੋਰ ਸਾਰਿਆਂ ਨੇ ਕਹਿਣ ਤੋਂ ਬਾਅਦ ਉਹਨਾਂ ਨੇ ਲਾਸਟ ਜਿਹੜੀ ਆ ਹੁਣ ਡਿਫੀਟ ਆਪਦੀ ਕੰਸੀਡ ਕੀਤੀ ਹੈ। ਉਹ ਤੋਂ ਪਹਿਲਾਂ ਉਹ ਲਗਾਤਾਰ ਇਸ ਗੱਲ ਨੂੰ ਉਭਾਰਦੇ ਰਹੇ, ਲਗਾਤਾਰ ਵੀ ਠੱਗੀ ਹੋ ਗਈ, ਧੋਖਾ ਹੋ ਗਿਆ। ਮਤਲਬ 50 ਸਟੇਟਾਂ, ਮਤਲਬ ਕਿੰਨੀਆਂ ਸਟੇਟਾਂ 'ਚ ਹੋ ਗਿਆ, ਮਤਲਬ ਇਹ ਕੋਈ ਹੈ ਨਹੀਂ ਗਈ ਗੱਲ ਇਸ ਕਿਸਮ ਦੀ। ਮਤਲਬ ਹੁਣ ਤਾਂ ਉਹਨਾਂ ਕੋਲ ਬਾਈਡਨ ਕੋਲ ਇਲੈਕਟੋਰਲ ਕਾਲਜ ਦੀਆਂ ਜਿਹੜੀਆਂ ਵੋਟਾਂ ਵੀ 306 ਹੋ ਗਈਆਂ। ਹਾਂਜੀ ਹਾਂਜੀ, ਮਤਲਬ ਕੋਈ ਇਹੋ ਜਿਹਾ ਮਾਮਲਾ ਰਹਿ ਹੀ ਨਹੀਂ ਗਿਆ। ਤੇ ਉਹ ਤੋਂ ਜਾ ਕੇ ਉਹਨਾਂ ਪਰ ਜੋ ਉਹਨਾਂ ਨੇ ਲੋਕਾਂ ਦੇ ਵਿੱਚ ਇਹ ਗੱਲ ਨੂੰ ਉਭਾਰਨ ਦਾ ਯਤਨ ਕੀਤਾ ਲਗਾਤਾਰ ਵੀ ਫਰਾਡ ਹੋ ਗਿਆ, ਫਰਾਡ ਕਰਕੇ ਜਿੱਤ ਗਏ, ਵੀ ਫਰਾਡ ਹੋਇਆ ਕਿਵੇਂ ਆ ਉਹਨੂੰ ਨਹੀਂ ਐਕਸਪਲੇਨ ਕੀਤਾ, ਕੋਈ ਸਬੂਤ ਨਹੀਂ ਦਿਖਾ ਰਿਹਾ। ਹਾਂ ਵੀ ਤੁਹਾਡੀਆਂ ਸਰਕਾਰਾਂ ਨੇ, ਤੁਹਾਡੀਆਂ ਸੂਬਾਈ ਸਰਕਾਰਾਂ ਜਿਹੜੀਆਂ ਵੋਟਾਂ ਪਵਾਉਂਦੀਆਂ ਨਹੀਂ ਤੇ ਉਹਨਾਂ ਦੇ ਰਾਹੀਂ ਵੋਟਾਂ ਪਈਆਂ ਨੇ, ਇਸ ਕਰਕੇ ਤੁਸੀਂ ਅਦਾਲਤ 'ਚ ਵੀ ਗਏ ਹੋ, ਕਿਸੇ ਪਾਸੇ ਕੋਈ ਗੱਲ ਬਣੀ ਨਹੀਂ ਗਈ ਤੇ ਮਤਲਬ ਬੇਵਜ੍ਹਾ ਹੀ ਲੋਕਾਂ ਨੂੰ, ਆਪਣੇ ਸਮਰਥਕਾਂ ਨੂੰ ਉਦਾਂ ਹੀ ਜਿਸ ਤਰ੍ਹਾਂ ਅਕਸਾਰ ਹੈ, ਜਿਸ ਤਰ੍ਹਾਂ ਉਹ ਕੱਲ ਉੱਥੇ ਜਦੋਂ ਉਹਨਾਂ ਦੇ ਸਮਰਥਕ ਇਕੱਠੇ ਵੀ ਹੋਏ ਵਾਈਟ ਹਾਊਸ ਦੇ ਕੋਲੇ ਤੇ ਉਹ ਬਾਹਰ ਨਿਕਲ ਕੇ ਬਾਹਰ ਉਹਨਾਂ ਨੂੰ ਹੱਥ ਵੀ ਹਿਲਾਇਆ ਜਿਸ ਤਰ੍ਹਾਂ। ਤੇ ਉਸ ਸਥਿਤੀ ਦੇ ਵਿੱਚ ਕੁਦਰਤੀ ਗੱਲ ਹੈ ਕਿ ਜਿਹੜੇ ਵਰਕਰ ਹੈ, ਸਮਰਥਕ ਹੈ, ਉਹ ਉਤਸ਼ਾਹਤ ਹੁੰਦੇ ਆ, ਉਕਸਾਹਟ 'ਚ ਆ ਜਾਂਦੇ ਆ ਔਰ ਉਸੇ ਕਾਰਨ ਕਰਕੇ ਕੱਲ ਉਹਨਾਂ ਦੇ ਹੱਥਾਂ 'ਚ ਉੱਥੇ ਡਾਂਗਾਂ ਵੀ ਸੀ ਔਰ ਇਹ ਝੜਪ ਹੋਈ। ਔਰ ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਇਹ ਹਿੰਸਾ ਹੋਰ ਵੀ ਫੈਲਣ ਦਾ ਡਰ ਹੈ ਔਰ ਇਸ ਤੋਂ ਗਰੇਜ਼ ਕਰਨਾ ਚਾਹੀਦਾ। ਵੈਸੇ ਤਾਂ ਅਮਰੀਕਾ ਦੇ ਸਾਰੇ ਜਿਹੜੇ ਇੰਸਟੀਟਿਊਸ਼ਨ ਹੈ ਸੰਵਿਧਾਨਕ, ਉਹ ਇਸ ਗੱਲ ਦੀ ਕੋਸ਼ਿਸ਼ ਕਰ ਰਹੇ ਕਿ ਸਾਰਾ ਕੁਝ ਜਿਹੜੀ ਤਬਦੀਲੀ ਹੈਗੀ ਹੈ ਉਹ ਨੋਰਮਲ ਆਮ ਢੰਗ ਨਾਲ ਜਿਹੜੀ ਆ ਉਹ ਸਿਰੇ ਚੜ੍ਹੇ। ਤਾਂ ਜਿਵੇਂ ਜਿਸ ਤਰ੍ਹਾਂ ਅਸੀਂ ਇੱਥੇ ਵੀ ਦੇਖਦੇ ਹਾਂ ਕਿ ਹੁਣ ਜਿਹੜੇ ਬੰਦੀ ਦਿਵਸ ਦੇ ਜਿਹੜੇ ਮੌਕੇ ਦੇ ਉੱਤੇ ਅਕਾਲ ਤਖਤ 'ਤੇ ਜਿਹੜਾ ਸਮਾਗਮ ਹੋਇਆ ਤਾਂ ਉੱਥੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਹੈ ਗਿਆਨੀ ਹਰਪ੍ਰੀਤ ਸਿੰਘ ਹੋਣੀ, ਉਹਨਾਂ ਨੇ ਬਕਾਇਦਾ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਸਿੱਖ ਕੌਮ ਨੂੰ ਕਿਸਾਨਾਂ ਦੀ ਢਾਲ ਬਣਨਾ ਚਾਹੀਦਾ। ਤੇ ਅਸੀਂ ਦੇਖਦੇ ਹਾਂ ਕਿ ਕਿਸਾਨ ਜਿਹੜੇ ਸੀਗੇ ਅੰਦੋਲਨ ਕਰ ਰਹੇ, ਉਹਨਾਂ ਨੇ ਦੀਵਾਲੀ ਦੇ ਮੌਕੇ, ਜਿਸ ਤਰ੍ਹਾਂ ਦੁਸਹਿਰੇ ਦੇ ਮੌਕੇ ਤਾਂ ਉਹਨਾਂ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਸੀਗੇ, ਪਰ ਦੀਵਾਲੀ ਦੇ ਮੌਕੇ ਦੇ ਉੱਤੇ ਉਹਨਾਂ ਨੇ ਮਸ਼ਾਲਾਂ ਜਿਹੜੀਆਂ ਉਹ ਬਾਲ ਕੇ ਤੇ ਮਾਰਚ ਕੀਤਾ ਹੈਗਾ। ਲਗਭਗ 100 ਥਾਵਾਂ ਦੇ ਉੱਤੇ ਕਿਸਾਨਾਂ ਵੱਲੋਂ ਇਸ ਤਰ੍ਹਾਂ ਦਾ ਅੰਦੋਲਨ ਕੀਤਾ ਗਿਆ। ਤੇ ਇਹ ਜਿਹੜੀ ਸਾਰੀ ਸਥਿਤੀ ਹੁਣ ਬਣ ਰਹੀ ਹੈ, ਇਸ ਨੂੰ ਜੰਮੂ ਜੀ ਜਿਸ ਤਰ੍ਹਾਂ ਕੇਂਦਰ ਨਾਲ ਗੱਲਬਾਤ ਵੀ ਕਰਨ ਗਈਆਂ ਸੀ ਕਿਸਾਨ ਜਥੇਬੰਦੀਆਂ, ਤਾਂ ਉਹ ਗੱਲਬਾਤ ਵੀ ਬੇਸਿੱਟਾ ਰਹੀ, ਭਾਵੇਂ ਕਿ ਗੱਲਬਾਤ ਦੁਬਾਰਾ ਅਜੇ ਹੋਣੀ ਹੈ। ਤੁਸੀਂ ਇਹ ਸਾਰੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਕੀ ਇਹਦੇ ਬਾਰੇ ਕਹਿਣਾ ਚਾਹੁੰਦੇ ਹੋ ਤੇ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ? ਦੇਖੋ ਜੀ, ਇਹ ਇੱਕ ਚੰਗੀ ਗੱਲ ਹੈ। ਅਕਾਲ ਤਖਤ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕਿਹਾ ਵੀ ਉਹਨਾਂ ਨੂੰ, ਸਿੱਖਾਂ ਨੂੰ ਕਿਸਾਨੀ ਦੀ ਪਿੱਠ 'ਤੇ ਆਉਣਾ ਚਾਹੀਦਾ। ਪੰਜਾਬ ਦੇ ਵਿੱਚ ਬੇਸਿਕਲੀ ਹੈ ਹੀ ਕਿਸਾਨੀ ਹੈਗੀ,
ਬੁਨਿਆਦੀ ਤੌਰ ਤੇ ਸਾਡਾ ਸੂਬਾ ਜਿਹੜਾ ਜ਼ਰਾਇਤੀ ਸੂਬਾ, ਖੇਤੀਬਾੜੀ ਪ੍ਰਧਾਨ ਸੂਬਾ ਹੈਗਾ। ਇਸ ਕਰਕੇ ਜੇ ਖੇਤੀਬਾੜੀ ਹੀ ਸਾਡੇ ਕੋਲ ਨਹੀਂ ਰਹਿੰਦੀ ਤਾਂ ਇਹ ਜਿਹੜਾ ਜੋ ਕੁਝ ਵੀ ਸਾਡੇ ਪੰਜਾਬ ਦੀ ਪੋਲਿਟਿਕਸ ਆ, ਰਾਜਨੀਤੀ ਆ, ਬਾਕੀ ਕੁਝ ਹੈਗਾ, ਉਹ ਸਾਰਾ ਕੁਝ ਡਿਸਟਰੋਏ ਹੋਏਗਾ। ਇਸ ਕਰਕੇ ਕਿਸਾਨੀ ਦੀ ਅੱਜ ਮਦਦ ਦੀ ਲੋੜ ਹੈ। ਵੈਸੇ ਕਿਸਾਨੀ ਆਪਣੇ ਤੌਰ ਤੇ ਹੀ ਇੰਨਾ ਕੁ ਕੁਝ ਜਾਗਰੂਕ ਹੋ ਚੁੱਕੀ ਆ ਕਿ ਉਹ ਆਪਣੇ ਅੰਦੋਲਨ ਨੂੰ ਬਾਖੂਬੀ ਲੜ ਰਹੀ ਹੈ। ਹੁਣ ਤੁਸੀਂ ਦੇਖ ਲਓ ਵੀ ਲਗਾਤਾਰ ਤਾਂ 55 ਦਿਨ ਹੋ ਚੱਲੇ ਆ, ਪਰ ਉਹ ਤੋਂ ਪਹਿਲਾਂ ਦਾ ਅੰਦੋਲਨ ਚੱਲਿਆ ਜਦੋਂ ਆਰਡੀਨੈਂਸ ਆਉਣੇ ਸੀਗੇ, ਉਹ ਤੋਂ ਪਹਿਲਾਂ ਇੱਥੇ ਚੱਲ ਪਿਆ ਸੀਗਾ। ਤੇ ਆਰਡੀਨੈਂਸ ਆਉਣ ਤੋਂ ਬਾਅਦ, ਖੇਤੀ ਕਾਨੂੰਨ ਬਣਨ ਤੋਂ ਬਾਅਦ ਲਗਾਤਾਰ ਕਿਸਾਨ ਜਿਹੜੇ ਲੜ ਰਹੇ ਆ। ਕੇਂਦਰ ਸਰਕਾਰ ਦਾ ਐਟੀਟਿਊਡ ਜਿਹੜਾ ਨਾ ਉਹ ਬਹੁਤ ਹੀ ਮੰਦਭਾਗਾ ਹੈ, ਬਹੁਤ ਹੀ ਮਾੜਾ ਹੈ, ਬਹੁਤ ਹੀ ਨਿਖੇਧੀਯੋਗ ਹੈਗਾ। ਮਤਲਬ ਤੁਸੀਂ ਟ੍ਰੇਨਾਂ ਚਲਾਉਣੀਆਂ, ਮਤਲਬ ਮਾਲ ਗੱਡੀਆਂ ਚਲਾਉਣੀਆਂ, ਜਿਹਦੇ ਨਾਲ ਕੇਂਦਰ ਨੂੰ ਵੀ ਫਾਇਦਾ ਹੈ, ਜਿਹਦੇ ਨਾਲ ਪੰਜਾਬ ਨੂੰ ਫਾਇਦਾ, ਜਿਹਦੇ ਨਾਲ ਹਿਮਾਚਲ ਨੂੰ ਫਾਇਦਾ, ਜਿਹਦੇ ਨਾਲ ਜੰਮੂ ਕਸ਼ਮੀਰ ਨੂੰ ਫਾਇਦਾ, ਤਿੰਨ ਸੂਬਿਆਂ ਨੂੰ ਫਾਇਦਾ ਹੈ। ਤੁਸੀਂ ਉਹ ਫੇਰ ਬਣ ਰਹੇ ਵੀ ਜਿੰਨਾ ਚਿਰ ਮੁਸਾਫਰ ਗੱਡੀਆਂ ਨਹੀਂ ਚੱਲਣਗੀਆਂ ਉਹਨਾਂ ਚਿਰ ਅਸੀਂ ਮਾਲ ਗੱਡੀਆਂ ਨਹੀਂ ਚਲਾਵਾਂਗੇ। ਮਤਲਬ ਵਿਚਗਾਨਾ ਜਿਹੜੀ ਹਰਕਤ ਹੈ ਕੇਂਦਰ ਦੇ ਪਾਰਟ ਦੇ ਉੱਪਰ ਨਹੀਂ ਠੀਕ ਹੈਗੀ। ਇਹ ਚਲਾਉਣੀਆਂ ਚਾਹੀਦੀਆਂ ਗੱਡੀਆਂ। ਮਤਲਬ ਇਸ ਦੇ ਨਾਲ ਹੀ ਜਿਹੜੇ ਅੰਦੋਲਨ ਕਰ ਰਹੇ ਕਿਸਾਨ ਆ ਉਹਨਾਂ ਨੂੰ ਵੀ ਇਸ ਮੁੱਦੇ ਤੇ ਥੋੜਾ ਜਿਹਾ ਸੋਚਣ ਦੀ ਲੋੜ ਹੈਗੀ ਆ। ਟੈਕਟੀਕਲੀ ਉਹਨਾਂ ਨੂੰ ਵੀ ਚਾਹੀਦਾ ਵੀ ਤੁਸੀਂ 20 ਤੱਕ ਦਿੱਤਾ ਹੋਇਆ ਤਾਂ 20 ਤੱਕ ਚੱਲਣ ਦਿਓ ਗੱਡੀਆਂ। ਮਤਲਬ ਮੁਸਾਫਰ ਗੱਡੀਆਂ ਵੀ ਚੱਲ ਜਾਂਦੀਆਂ ਤਾਂ ਮੇਰਾ ਖਿਆਲ ਬਹੁਤ ਵੱਡਾ ਕੋਈ ਫਰਕ ਨਹੀਂ ਸੀ ਪੈਣ ਵਾਲਾ। ਇਸ ਕਰਕੇ ਮੁਸਾਫਰ ਗੱਡੀਆਂ ਵੀ ਚੱਲ ਲੈਣ ਦੇਣੀਆਂ ਚਾਹੀਦੀਆਂ ਸੀਗੀਆਂ। ਇੱਕ ਰਸਤਾ ਕੱਢਣ ਦਾ ਹੁੰਦਾ, ਮਤਲਬ ਕਦੇ ਇਹ ਕਹਿੰਦਾ ਵੀ 2 ਸਟੈਪ ਅੱਗੇ 1 ਸਟੈਪ ਪਿੱਛੇ, 1 ਸਟੈਪ ਅੱਗੇ 2 ਸਟੈਪ ਪਿੱਛੇ। ਮਤਲਬ ਅੰਦੋਲਨ ਦੇ ਦਾਅ ਪੇਚ ਨੇ, ਦਾਅ ਪੇਚਾਂ ਦੇ ਵਿੱਚ ਇਹ ਇੱਕ ਦਾਅ ਪੇਚ ਅਪਣਾਇਆ ਜਾ ਸਕਦਾ ਸੀਗਾ। ਅੰਦੋਲਨ ਤੁਸੀਂ ਕਰ ਹੀ ਰਹੇ, 20 ਤੱਕ ਹੀ ਛੋੜ ਦਿੱਤੀ ਹੈ ਨਾ ਦੂਜੀਆਂ ਗੱਡੀਆਂ ਨੂੰ ਵੀ, ਤੇ ਕੇਂਦਰ ਨਹੀਂ ਚਲਾਉਂਦਾ, ਉਹ ਜ਼ੋਰ ਜਮਾਈ ਤੇ ਉਤਰਿਆ ਹੋਇਆ ਕੇਂਦਰ। ਇੰਨੀ ਕੁ ਗੱਲ ਜਿਹੜੀ ਵਰਤ ਲੈਣੀ ਚਾਹੀਦੀ। ਤੁਸੀਂ 26-27 ਨੂੰ ਫੇਰ ਜਾਣਾ ਦਿੱਲੀ, 21 ਨੂੰ 18 ਨੂੰ ਮੀਟਿੰਗ ਹੋਣੀ ਹੁਣ ਕਿਸਾਨ ਜਥੇਬੰਦੀਆਂ ਦੀ ਇੱਥੇ ਚੰਡੀਗੜ੍ਹ ਹੀ ਹੋਣੀ ਜੀ। ਉਹਦੇ ਵਿੱਚ ਇਸ ਗੱਲ ਦਾ ਫੈਸਲਾ ਕੀਤਾ ਜਾਣਾ ਵੀ ਕੀ ਜਿਹੜੀ ਕੇਂਦਰ ਸਰਕਾਰ ਨੇ ਸ਼ਰਤ ਰੱਖੀ ਆ ਮੁਸਾਫਰ ਗੱਡੀਆਂ ਨੂੰ ਚੱਲਣ ਦੇਣਾ ਨਹੀਂ ਚੱਲਣ ਦੇਣਾ, ਉਹਦੇ ਬਾਰੇ ਫੈਸਲਾ ਕਰਨਾ। ਇਹਦੇ ਨਾਲ ਹੀ ਲੰਮੀ ਚੌੜੀ ਮੀਟਿੰਗ ਹੋਈ ਉਸ ਦਿਨ। ਕਿਸਾਨਾਂ ਨੇ ਆਪਣਾ ਸਾਰੇ ਪੱਖ ਪੇਸ਼ ਕੀਤੇ, ਕਿਹਾ ਵੀ ਅਸੀਂ ਆਹ ਚਾਹੁੰਦੇ। ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਸਾਰਾ ਕੁਝ ਦੱਸਣ ਦੀ ਵੀ ਬੜੇ ਫਾਇਦੇਮੰਦ ਹੈ। ਜਦੋਂ ਕਿਸਾਨਾਂ ਨੇ ਜਿਹੜੇ ਕਿਸਾਨ ਆਗੂ ਸੀਗੇ ਉਹਨਾਂ ਨੇ ਨਿਰਉੱਤਰ ਕੀਤਾ, ਜਿਹੜੇ ਦੋਨੇ ਕੇਂਦਰੀ ਮੰਤਰੀ ਸੀ, ਦੱਸੋ ਇਹ ਕਿਵੇਂ ਸਾਡੇ ਫਾਇਦੇ 'ਚ ਹੈ, ਤੁਸੀਂ ਸਾਡੇ ਫਾਇਦੇ ਦੀ ਗੱਲ ਕਰਦੇ ਦੱਸੋ ਤਾਂ ਸਹੀ। ਇਹਦੇ ਸਵਾਮੀਨਾਥਨ ਕਿੱਥੇ ਆ? ਜੋ ਕੁਝ ਤੁਸੀਂ ਕਰ ਰਹੇ ਹੋ ਉਹਦੇ ਨਾਲ ਜਿਹੜੇ ਭਾਅ ਬੰਨਣ ਦੀ ਇਕੱਲੀ ਗੱਲ ਕਰਦੇ, ਖਰੀਦ ਦੀ ਗੱਲ ਨਹੀਂ ਕਰਦੇ। ਭਾਅ ਤਾਂ 23 ਏਜੰਟਸਾਂ ਦੇ ਤੁਸੀਂ ਬੰਨਦੇ। ਫਿਰ ਉਹਨਾਂ ਇਹ ਵੀ ਪੁੱਛਿਆ ਵੀ ਜਿਹੜਾ ਬਿਹਾਰ ਤੋਂ ਝੋਨਾ ਪੰਜਾਬ ਕਿਉਂ ਆ ਰਿਹਾ, ਯੂਪੀ ਤੋਂ ਪੰਜਾਬ ਕਿਉਂ ਜਾ ਰਿਹਾ? ਜੇ ਤੁਹਾਡੀ ਨੀਤੀ ਠੀਕ ਹੋਵੇ, ਖਰੀਦ ਦੀ ਨੀਤੀ ਠੀਕ ਹੋਵੇ ਤਾਂ ਇਸ ਕਰਕੇ ਆ ਰਿਹਾ ਨਾ ਵੀ ਪੰਜਾਬ ਦੇ ਵਿੱਚ ਅਜੇ ਭਾਅ ਜਿਹੜਾ ਉਹ ਮਿਨੀਮਮ ਸਪੋਰਟ ਪ੍ਰਾਈਸ ਮਿਲ ਰਹੀ ਹੈ ਉੱਥੇ ਹੈ ਨਹੀਂਗਾ। ਇਸ ਕਰਕੇ ਤੁਸੀਂ ਇਸ ਮੁੱਦੇ ਦੇ ਉੱਪਰ ਸਾਨੂੰ ਜਵਾਬ ਦਿਓ। ਤੁਸੀਂ ਜੋ ਕੁਝ ਕਰਨਾ ਚਾਹੁੰਦੇ ਉਹ ਸਾਡੇ ਲਈ ਕਿਸੇ ਤਰੀਕੇ ਨਾਲ ਵੀ ਸੁਹਿਰਦ ਨਹੀਂ, ਸਾਡੇ ਹਿੱਤ ਦੇ ਵਿੱਚ ਨਹੀਂ, ਮੰਨ ਲਓ ਪੂਰੇ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਹੈਗਾ। ਇਸ ਕਰਕੇ ਇਹਨਾਂ ਮਾਮਲਿਆਂ ਦੇ ਬਾਰੇ ਸੋਚੋ। ਇਹਦੇ ਤੇ ਨਿਰਉੱਤਰ ਕੀਤਾ ਗਿਆ। ਵਿੱਚ ਬੀਜੇਪੀ ਦੀ ਪੰਜਾਬ ਦੀ ਲੀਡਰਸ਼ਿਪ ਵੀ ਹਾਜ਼ਰ ਸੀ, ਪੰਜਾਬ ਦੇ ਜਿਹੜੇ ਅਧਿਕਾਰੀ ਵੀ ਹਾਜ਼ਰ ਸੀਗੇ। ਸਾਰਿਆਂ ਦਾ ਕਹਿਣਾ ਇੱਕੋ ਪਾਸੇ ਵੱਲ ਨੂੰ ਜਾਂਦਾ ਵੀ ਕੇਂਦਰ ਸਰਕਾਰ ਦਾ ਉਸ ਦਿਨ ਐਟੀਟਿਊਡ ਪੂਰੀ ਤਰ੍ਹਾਂ ਠੀਕ ਨਹੀਂ ਸੀ। ਅੱਜ ਵੈਸੇ ਜੰਮੂ 'ਚ ਲੱਗੀਆਂ ਹੋਈਆਂ ਕੁਝ ਅਖਬਾਰਾਂ 'ਚ ਖਬਰਾਂ ਹੈਗੀਆਂ ਕਿ ਜਿਹਦੇ ਵਿੱਚ ਇਹ ਗੱਲ ਤੋਂ ਸੰਕੇਤ ਮਿਲ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਉਸ ਮੀਟਿੰਗ ਤੋਂ ਬਾਅਦ ਗੰਭੀਰਤਾ ਨਾਲ ਜਿਹੜੀ ਇਸ ਗੱਲ ਨੂੰ ਵਿਚਾਰਨਾ ਸ਼ੁਰੂ ਕੀਤਾ ਹੈ ਕਿ MSP ਜਿਹੜਾ ਮਾਮਲਾ ਹੈਗਾ ਕਿ ਉਹ ਕਿਸ ਤਰ੍ਹਾਂ ਸਾਰਟ ਆਊਟ ਕੀਤਾ ਜਾਵੇ। ਤਾਂ ਸਾਰਟ ਆਊਟ ਕਰਨ ਦੇ ਤਾਂ ਜੰਮੂ 'ਚ 2 ਹੀ ਤਰੀਕੇ ਨਾ, ਜਾਂ ਤਾਂ ਉਹਦਾ ਕਾਨੂੰਨੀ ਜਿਹੜਾ ਪੱਖ ਹੈ ਉਹਨੂੰ ਕਾਨੂੰਨੀ ਪੱਖ ਤੋਂ ਬਣਾਇਆ ਜਾਵੇ, ਉਹਦੇ ਲਈ ਨਵਾਂ ਕਾਨੂੰਨ ਬਣਾਇਆ ਜਾਵੇ, ਜਾਂ ਪਹਿਲੇ ਕਾਨੂੰਨ 'ਚ ਉਹਦੇ ਲਈ ਕੋਈ ਸੋਧ ਕਰਕੇ ਤੇ ਉਹਨੂੰ ਵਿੱਚ ਦਰਜ ਕੀਤਾ ਜਾਵੇ ਕਿ ਕੋਈ ਹੋਰ ਵੀ ਜੰਡੂ ਸਾਹਿਬ ਇਹਦੇ 'ਚ ਇੱਕ ਆਰਡੀਨੈਂਸ ਲਿਆਂਦਾ ਜਾ ਸਕਦਾ ਜਿਹਦੇ 'ਚ ਕੀਤਾ ਜਾ ਸਕਦਾ। ਕੇਂਦਰ ਸਰਕਾਰ ਜਿਹੜੀ ਕਣਕ ਤੇ ਝੋਨਾ ਖਰੀਦਣ ਦੀ ਨੀਤੀ ਜਾਰੀ ਰੱਖੇਗੀ ਜੀ, ਮਿਨੀਮਮ ਸਪੋਰਟ ਪ੍ਰਾਈਸ ਵੀ ਜਾਰੀ ਰਹੇਗੀ ਤੇ ਖਰੀਦ ਦੀ ਜਿਹੜੀ ਆ ਉਹ ਨੀਤੀ ਜਾਰੀ ਰਹੇਗੀ ਤੇ FCI ਖਰੀਦਦੀ ਰਹੇਗੀ ਜੀ। ਸ਼ਾਂਤਾ ਕੁਮਾਰ ਜਿਹੜੀ ਕਮੇਟੀ ਜਿਹਦੀਆਂ ਰਿਕਮੈਂਡੇਸ਼ਨ ਆ ਉਹ ਪਾਸੇ ਛੱਡ ਦੇਣੀਆਂ ਚਾਹੀਦੀਆਂ ਤੇ ਹੋਰ ਵੀ ਜਿਹੜੇ ਸੁਧਾਰਾਂ ਦੀ ਲੋੜ ਆ ਉਹ ਕੀਤੇ ਜਾਣੇ ਚਾਹੀਦੇ। ਕਿਸਾਨਾਂ ਨੇ 3 ਥਾਵਾਂ ਤੇ ਸੋਧਾਂ ਮੰਗੀਆਂ ਨੇ, ਇੱਕ ਖਰੀਦ ਦੇ ਮਾਮਲੇ ਦੇ ਉੱਪਰ, ਇੱਕ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਪਰ, ਦੂਜਾ ਹੋਰਡਿੰਗ ਦੇ ਉੱਪਰ, ਤੀਜਾ ਠੇਕਾ ਜਿਹੜੀ ਖੇਤੀ ਹੈ ਕੰਟਰੈਕਟ ਵੀ ਉਹਦੇ 'ਚ ਕਿਤੇ ਗਲਤੀਆਂ। ਜਿਹੜੇ ਪੰਜਾਬ ਸਰਕਾਰ ਨੇ ਵੀ 3 ਬਿੱਲ ਬਣਾਏ ਨੇ ਜਿਹੜੇ ਅਜੇ ਗਵਰਨਰ ਕੋਲ ਪਏ ਨੇ, ਉਹਨਾਂ ਦੇ ਵਿੱਚ ਵੀ ਇਹੀ ਗੱਲਾਂ ਕਹੀਆਂ ਗਈਆਂ ਨੇ ਵੀ ਤੁਸੀਂ ਜਿਹੜੀ ਆ ਕੇਵਲ SDM ਤੇ DC ਨੂੰ ਹੱਕ ਦਿੱਤਾ, ਕੰਟਰੈਕਟ ਦੇ ਮਾਮਲੇ 'ਚ ਜੇ ਕਿਤੇ ਗੜਬੜ ਹੋਵੇ ਇਹ ਅਦਾਲਤਾਂ ਨੂੰ ਹੱਕ ਦੇਣਾ ਚਾਹੀਦਾ ਤੇ ਉਹਨਾਂ ਨੇ ਪ੍ਰੋਵੀਜ਼ਨ ਕੀਤੀ ਅਦਾਲਤਾਂ ਦੀ।
ਇਸੇ ਜੰਮੂ ਜੀ ਇਹ ਬਾਈਂਡਿੰਗ ਨਹੀਂ ਹੁੰਦਾ ਰਾਜਪਾਲ ਕਿ ਉਹਨੇ ਕੁਝ ਦਿਨਾਂ 'ਚ ਇੰਨੇ ਦਿਨ ਰੱਖ ਸਕਦਾ ਹੈ ਤੇ ਉਸ ਤੋਂ ਬਾਅਦ ਇਹ ਦੇਸ਼ ਦੇ ਵਿੱਚ ਕੋਈ ਕਾਨੂੰਨ ਨਹੀਂ, ਕੋਈ ਇਸ ਕਿਸਮ ਦਾ ਨਹੀਂ। ਰਾਜਪਾਲ ਕਿੰਨਾ ਚਿਰ ਵੀ ਰੱਖੇ ਜੀ ਜੀ, ਕੋਈ ਇਸ ਕਿਸਮ ਦਾ ਨਹੀਂ। ਰਾਜਪਾਲ ਤੋਂ ਵਾਪਸ ਵੀ ਚੱਲ ਜਾਵੇ, ਉਹਦੇ ਤੇ ਸਰਕਾਰ ਨੇ ਜਦੋਂ ਨੋਟੀਫਿਕੇਸ਼ਨ ਕਰਨੀ ਹੁੰਦੀ ਵਾਪਸ ਤਾਂ ਭੇਜ ਸਕਦਾ ਸਰਕਾਰ ਨੂੰ ਕਿਸ ਗੱਲ ਲਈ ਭੇਜੇਗਾ ਵੀ ਇਸ ਗੱਲ ਨੂੰ ਰੀਕਨਸੀਡਰ ਕਰੋ। ਇੱਕ ਹੁੰਦੇ ਵੀ ਤੁਸੀਂ ਰੀਕਨਸੀਡਰ ਕਰੋ, ਦੂਜੀ ਆਪਸ਼ਨ ਆ ਉਹਨਾਂ ਕੋਲ ਸਿੱਧਾ ਰਾਸ਼ਟਰਪਤੀ ਨੂੰ ਭੇਜੇ। ਉਹਨਾਂ ਨੂੰ ਰਾਸ਼ਟਰਪਤੀ ਨੂੰ ਭੇਜ ਕੇ ਆਪਣੇ ਆਪ ਨੂੰ ਵੱਖ ਕਰਨਾ ਚਾਹੀਦਾ ਇਸ ਗੱਲ ਨੂੰ ਵੀ ਕੇਂਦਰ ਸਰਕਾਰ ਸੋਚੇ ਕੀ ਕਰਨਾ, ਕਿਉਂਕਿ ਬਾਲ ਤਾਂ ਕੇਂਦਰ ਸਰਕਾਰ ਦੇ ਉਹਦੇ 'ਚ ਹੈ ਨਾ। ਗੱਲ ਵੀ ਹੁਣ ਕੇਂਦਰ ਸਰਕਾਰ ਹੀ ਕਰ ਰਹੀ ਹੈ ਗੱਲ, ਮਤਲਬ ਤੁਸੀਂ ਇੱਥੇ ਪੰਜਾਬ ਭਵਨ 'ਚ ਰੱਖ ਕੇ ਕਰਨਾ, ਤੁਸੀਂ ਕੇਂਦਰ ਨੂੰ ਭੇਜੋ, ਰਾਸ਼ਟਰਪਤੀ ਨੂੰ ਭੇਜੋ, ਰਾਸ਼ਟਰਪਤੀ ਉਹਦੇ ਤੋਂ ਕੇਂਦਰ ਸਰਕਾਰ ਨੂੰ ਭੇਜੇ ਜਾਂ ਸੁਪਰੀਮ ਕੋਰਟ ਨੂੰ ਭੇਜੇ ਜਾਂ ਆਪ ਸਲਾਹ ਲੈ ਕੇ ਕੋਈ ਕਾਰਵਾਈ ਕਰੇ। ਇਸ ਕਰਕੇ ਰਾਸ਼ਟਰਪਤੀ ਹੋਣਾ, ਇਹ ਜਿਹੜਾ ਰਾਜਪਾਲ ਆ ਉਹਨਾਂ ਨੂੰ ਭੇਜਣੇ ਚਾਹੀਦੇ ਤੇ ਕੇਂਦਰ ਸਰਕਾਰ ਜਿਹੜੀ ਗੱਲਬਾਤ ਕਰ ਰਹੀ ਹੈ ਉੱਥੇ ਤੱਕ ਮਾਮਲਾ ਪਹੁੰਚਣਾ ਚਾਹੀਦਾ। ਜੰਮੂ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹੁਣ ਅਕਾਲ ਤਖਤ ਦੇ ਜਥੇਦਾਰ ਨੇ ਅਕਾਲ ਤਖਤ ਤੋਂ ਇਸ ਗੱਲ ਦਾ ਸੱਦਾ ਦਿੱਤਾ ਹੈ ਤੇ ਇਹਦੇ ਨਾਲ ਜਿਹੜਾ ਕਿਸਾਨੀ ਅੰਦੋਲਨ ਤੇ ਹੁਣ ਕੀ ਅਸਰ ਪਏਗਾ ਤੇ ਇਸ ਦੇ ਨਾਲ ਕਿਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਅੱਗੇ ਬਣਨ ਜਾ ਰਹੀ ਹੈ, ਕਿਉਂਕਿ ਆਮ ਤੌਰ ਤੇ ਜਿਹੜਾ ਸਿੱਖ ਜਿਹੜਾ ਭਾਈਚਾਰਾ ਹੈ ਉਹਦੇ ਵਿੱਚ ਜਿਹੜਾ ਅਕਾਲ ਤਖਤ ਦਾ ਵੱਲੋਂ ਦਿੱਤਾ ਗਿਆ ਸੱਦਾ ਜਾਂ ਕੋਈ ਕਹੀ ਗਈ ਗੱਲ ਉਹਨੂੰ ਇੱਕ ਹੁਕਮਨਾਮੇ ਦੇ ਵਜੋਂ ਜਿਹੜੀ ਹੈ ਮਾਨਤਾ ਹੈਗੀ ਹੈ ਤੇ ਉਹਨੂੰ ਉਸ ਤਰ੍ਹਾਂ ਲਿਆ ਜਾਂਦਾ ਬੜਾ ਗੰਭੀਰਤਾ ਨਾਲ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ ਲਈ ਡਟਣਾ ਚਾਹੀਦਾ। ਇਸ ਦਾ ਕਿੰਨਾ ਕੁ ਅਸਰ ਪਏਗਾ? ਦੇਖੋ, ਪਿਛਲੇ ਕੁਝ ਸਾਲਾਂ 'ਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਉਹਦੀ ਕ੍ਰੈਡੀਬਿਲਿਟੀ ਹੈ, ਭਰੋਸੇਯੋਗਤਾ, ਉਹਨੂੰ ਬੜੀ ਵੱਡੀ ਢਾਹ ਲੱਗੀ ਹੈ ਜੀ। ਪਹਿਲਾਂ ਤਾਂ ਡੇਰਾ ਸਿਰਸਾ ਦੇ ਜਿਵੇਂ ਮਾਫੀ ਦਿੱਤੀ ਗਈ, ਬਾਦਲ ਸਰਕਾਰ ਸਮੇਂ ਪ੍ਰੈਸ਼ਰ ਥੱਲੇ ਆਏ ਜਥੇ ਸਿੰਘ ਸਾਹਿਬਾਨ, ਮਾਫੀ ਦਿੱਤੀ। ਫਿਰ ਜਦੋਂ ਜਨਤਾ ਦਾ ਪ੍ਰਭਾਵ ਪਿਆ, ਜ਼ਿਆਦਾ ਅਸਰ ਪਿਆ ਦਬਾਅ, ਉਹ ਤੋਂ ਬਾਅਦ ਵਿਡਰਾ ਕਰ ਲਈ। ਉਹਦੇ ਨਾਲ ਸ਼੍ਰੀ ਅਕਾਲ ਤਖਤ ਦੀ ਕ੍ਰੈਡੀਬਿਲਿਟੀ ਘਟੀ ਹੈ, ਡਿੱਗੀ ਹੈ, ਮਤਲਬ ਜਿਵੇਂ ਸ਼ਾਖ ਡਿੱਗਦੀ ਉਵੇਂ ਡਿੱਗੀ ਹੋਈ ਹੈ ਜੀ। ਉਹਨੂੰ ਬਹਾਲ ਕਰਨ ਦਾ ਮੌਕਾ ਹੈ। ਬਹਾਲ ਕਰਨ ਦੇ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਉਹਨਾਂ ਨੂੰ ਅਕਾਲੀ ਦਲ ਨੂੰ ਜਿਹੜਾ ਨਾ, ਮਤਲਬ ਆਮ ਤੌਰ ਸਿੱਖਾਂ ਨੂੰ ਕਿਹਾ ਵੀ ਸਿੱਖੀ, ਮਤਲਬ ਉਹਨਾਂ ਨੇ ਅਕਾਲੀ ਦਲ ਨਹੀਂ ਸਿੱਖਾਂ ਨੂੰ ਕਿਹਾ, ਸਿੱਖਾਂ ਨੂੰ ਸਿੱਖ ਭਾਈਚਾਰੇ ਸਿੱਖ ਕਿਸੇ ਵੀ ਵਿਚਾਰਧਾਰਾ ਨਾਲ ਜੁੜੇ ਹੋਏ ਆ। ਮੋਟੇ ਤੌਰ ਤੇ ਜਿਹੜਾ ਅਜੇ ਤੱਕ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ, ਦੂਜੇ ਦਲ ਵੀ ਹੈਗੇ, ਪਰ ਉਹਨਾਂ ਨੂੰ ਕਿਹਾ ਉਹ ਇਸ ਮਾਮਲੇ ਦੇ ਉੱਪਰ ਲਗਾਤਾਰ ਪਹਿਰਾ ਦੇਣ ਦੀ ਲੋੜ ਹੈਗੀ। ਪੰਜਾਬ ਦੀ ਕਿਸਾਨੀ ਜਿਹੜੀ ਆ ਅਕਾਲੀ ਦਲ ਦੇ ਜਿਹੜਾ NDA ਤੋਂ ਕੋਈ ਬਾਹਰ ਹੈ, ਅਕਾਲੀ ਦਲ ਮਿਨਿਸਟਰੀ ਚੋਂ ਕੋਈ ਬਾਹਰ ਹੈ, ਕਿਉਂਕਿ ਪੰਜਾਬ ਦੀ ਕਿਸਾਨੀ ਦਾ ਇੰਨਾ ਜ਼ਿਆਦਾ ਦਬਾਅ ਬਣ ਗਿਆ ਕਿ ਬਾਦਲਾਂ ਨੂੰ ਆਪਣੇ ਪਿੰਡ ਜਾਣਾ ਵੜਨਾ ਔਖਾ ਹੋ ਗਿਆ। ਇਸ ਕਰਕੇ ਹੋਇਆ ਨਾ। ਹੁਣ ਇਹਦਾ ਇੱਕ ਚੰਗਾ ਇੰਪੈਕਟ ਪਏਗਾ, ਪਰ ਇੱਕ ਸੱਦਾ ਦੇਣ ਤੋਂ ਬਾਅਦ ਇੰਨਾ ਨਹੀਂ ਕੰਮ ਰੁਕ ਜਾਣਾ ਚਾਹੀਦਾ। ਉਹਨਾਂ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੈਗੀ ਆ, ਜਿਹਦੀ ਕਾਫੀ ਰੀਚ ਹੈਗੀ ਆ, ਉਹਦੇ ਰਾਹੀਂ ਵੀ ਮਦਦ ਹੋਣੀ ਚਾਹੀਦੀ ਇਸ ਅੰਦੋਲਨ ਦੀ। ਪੰਜਾਬ ਹਰਿਆਣਾ ਦੇ ਵਿੱਚ ਤਾਂ ਹੋ ਹੀ ਸਕਦੀ, ਹਿਮਾਚਲ 'ਚ ਵੀ ਹੋ ਸਕਦੀ ਹੈ। ਮਤਲਬ ਇਹ ਮਦਦ ਜਿਹੜੀ ਆ ਵੱਡੇ ਪੱਧਰ ਤੇ ਹੋਣ ਦੀ ਲੋੜ ਆ। ਪਰ ਇਹ ਜਦੋਂ ਅੰਦੋਲਨ ਚੱਲ ਰਿਹਾ, ਇਸ ਅੰਦੋਲਨ ਦੀ ਇੱਕ ਬਿਆਨ ਨਾਲ ਮਤਲਬ ਉਹਨਾਂ ਦੇ ਹੌਸਲਾ ਅਫਜ਼ਾਈ ਜ਼ਰੂਰ ਹੁੰਦੀ, ਜਿਹੜੇ ਅੰਦੋਲਨ ਲੜ ਰਹੇ, ਲੈ ਉਹ ਭਾਈ ਹੁਣ ਤਾਂ ਅਕਾਲ ਤਖਤ ਤੋਂ ਵੀ ਸੱਦਾ ਆ ਗਿਆ, ਹੁਣ ਡਟ ਕੇ ਲੜੀਏ, ਇਹ ਉਹਨਾਂ ਨੂੰ ਹੌਸਲਾ ਅਫਜ਼ਾਈ ਜ਼ਰੂਰ ਹੋਈ ਹੈ ਇਸ ਬਿਆਨ ਤੋਂ। ਮੈਨੂੰ ਤਾਂ ਇਹ ਲੱਗਦਾ ਮੋਰਲ ਜਿਹੜੀ ਆ ਉਹਨਾਂ ਨੂੰ ਸਪੋਰਟ ਹੋਈ ਆ। ਇਸ ਕਰਕੇ ਉਹ ਆਪਣਾ ਜਿਹੜਾ ਪਿਛਲੇ 55 ਦਿਨਾਂ ਤੋਂ ਅੰਦੋਲਨ ਲਗਾਤਾਰ ਚਲਾਉਂਦੇ ਆ ਰਿਹਾ, ਮੀਂਹ ਦੇ ਵਿੱਚ ਵੀ ਉਹ ਕੱਲ ਜਿਹੜਾ ਮੀਂਹ ਪੈਂਦਾ ਸੀ ਉਹਦੇ 'ਚ ਡਟੇ ਰਹੇ। ਮਤਲਬ ਬਜ਼ੁਰਗ ਸੀਗੇ ਕੱਲ, ਕਹਿੰਦੇ ਵੈਸੇ ਜੰਮੂ ਜੀ ਆਮ ਦਿਨਾਂ ਨਾਲ ਜ਼ਿਆਦਾ ਲੋਕ ਜਿਹੜੇ ਕਿਸਾਨ ਸੀਗੇ, ਉਹਨਾਂ ਜਿਹੜੇ 100 ਥਾਵਾਂ ਤੇ ਉਹਨਾਂ ਨੇ ਐਕਸ਼ਨ ਕੀਤੇ, ਉੱਥੇ ਜ਼ਿਆਦਾ ਗਿਣਤੀ 'ਚ ਪਹੁੰਚੇ ਆ ਕਿਸਾਨ। ਦੇਖੋ ਜੀ, ਜਦੋਂ ਦਾ ਇਹ ਅੰਦੋਲਨ ਸ਼ੁਰੂ ਹੋਇਆ ਗਿਣਤੀ ਘਟੀ ਨਹੀਂ, ਗਿਣਤੀ ਵੱਧ ਰਹੀ ਹੈ। ਇਸ ਕਰਕੇ ਅੰਦੋਲਨ ਜਿਹੜਾ ਮਜ਼ਬੂਤੀ ਫੜ ਰਿਹਾ। ਨਹੀਂ, ਇੱਕ ਇਦਾਂ ਦਾ ਵੀ ਵਿਚਾਰ ਵਿੱਚ ਆਉਂਦਾ ਸੀ ਨਾ ਜੀ, ਹੁਣ ਬਿਜਾਈ ਸ਼ੁਰੂ ਹੋ ਜਾਣੀ ਹੈ ਤੇ ਹੁਣ ਗਿਣਤੀ ਸ਼ਾਇਦ ਘਟੇ, ਪਰ ਉਸ ਦਾ ਲੱਗਦਾ ਕੋਈ ਅਸਰ ਨਹੀਂ। ਉਹ ਤੋਂ ਪਹਿਲਾਂ ਕਟਾਈ ਸ਼ੁਰੂ ਹੋਈ, ਝੋਨੇ ਦੀ, ਨਰਮੇ ਦੀ ਚੁਗਾਈ ਸ਼ੁਰੂ ਹੋਈ, ਫਿਰ ਖੇਤ ਨੂੰ ਵਾਹੁਣ ਦਾ ਕੰਮ ਸ਼ੁਰੂ ਹੋਇਆ, ਹੁਣ ਬਿਜਾਈ ਸ਼ੁਰੂ ਹੋਈ ਹੈ। ਮਤਲਬ ਕਿਸਾਨਾਂ ਦੇ ਵਿੱਚ, ਖਾਸ ਕਰਕੇ ਕਿਸਾਨਾਂ, ਉਹਨਾਂ ਦੀਆਂ ਔਰਤਾਂ, ਉਹਨਾਂ ਦੀਆਂ ਧੀਆਂ, ਸਾਰਿਆਂ ਦੇ ਵਿੱਚ, ਬੱਚਿਆਂ ਦੇ ਵਿੱਚ ਇਹ ਸੰਕੇਤ ਚਲੇ ਗਿਆ ਵੀ ਜੇ ਨਾ ਅਸੀਂ ਲੜੇ ਤਾਂ ਜ਼ਮੀਨਾਂ ਸਾਡੇ ਕੋਲ ਨਹੀਂ ਰਹਿਣੀਆਂ। ਜਿਹੜਾ ਨਵਾਂ ਕਾਨੂੰਨ ਬਣਾਇਆ ਉਹ ਅਲਟੀਮੇਟਲੀ ਸਾਡੇ ਉੱਪਰ ਨੂੰ ਆਏਗਾ। ਇਸ ਕਰਕੇ ਜੇ ਅਸੀਂ ਲੜ ਕੇ ਮਰਨਾ ਕਿ ਵੈਸੇ ਮਰਨਾ, ਵੈਸੇ ਭੁੱਖ ਨਾ ਮਰਨਾ। ਇਸ ਕਰਕੇ ਉਹਨਾਂ ਦੇ ਵਿੱਚ ਇਹ ਗੱਲ ਜਿਹੜੀ ਆ ਵੱਡੇ ਪੱਧਰ ਤੇ ਚੱਲੇਗੀ। ਇਹੀ ਗੱਲ ਹਰਿਆਣੇ ਦੇ ਵਿੱਚ ਜਾਰੀ ਹੈ, ਇਹੀ ਗੱਲ ਹੌਲੀ ਹੌਲੀ ਦੇਸ਼ ਦੇ ਬਾਕੀ ਹਿੱਸਿਆਂ 'ਚ ਵੀ ਵੈਸੇ ਵੀ ਜੰਮੂ ਕਿਸਾਨ ਹੁਣ ਆਪਣੇ ਜਿਹੜਾ ਉਹਨਾਂ ਦੇ 25, 26, 27 ਦਾ ਜਿਹੜਾ ਸੱਦਾ ਹੈਗਾ, ਉਹਦੀ ਤਿਆਰੀ ਵੀ ਤਾਂ ਲੱਗੇ ਹੋਏ ਆ ਨਾ ਕਿ ਜੇ ਕੇਂਦਰ ਨਾਲ ਗੱਲ ਕਿਸੇ ਤਨ ਪੱਤਨ ਨਹੀਂ ਲੱਗਦੀ ਤਾਂ ਇਹ ਕੁਦਰਤੀ ਗੱਲ ਹੈ ਕਿ ਕਿਸਾਨ ਜ਼ਰੂਰ ਫਿਰ ਦਿੱਲੀ ਵੀ ਜਾਣਗੇ। ਦੇਖੋ, ਪੰਜਾਬ ਦੇ ਕਿਸਾਨ ਇਹ ਨਹੀਂ ਜਾਣਗੇ, ਹਰਿਆਣਾ ਦੇ ਕਿਸਾਨਾਂ ਨੇ ਵੀ ਐਲਾਨ ਕਰਤਾ ਉਹ 26 ਤਰੀਕ ਨੂੰ ਸਵੇਰੇ ਜਿਹੜਾ ਆਪਣੇ ਇੱਥੋਂ ਸ਼ੰਭੂ ਬਾਰਡਰ ਤੋਂ ਜਿਹੜਾ ਰਾਜਪੁਰ ਅੰਬਾਲਾ ਉੱਥੋਂ ਚੱਲਣਗੇ, ਉੱਧਰੋਂ ਸਰਸੇ ਵਾਲੋਂ ਚੱਲਣਗੇ, ਕਈ ਜ਼ਿਲ੍ਹਿਆਂ ਤੋਂ ਚੱਲਣਗੇ।
ਕੇਂਦਰ ਸਰਕਾਰ ਜਿਹੜਾ ਦਿੱਲੀ ਹੈ, ਦਿੱਲੀ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਇਹ ਆਗਿਆ ਨਹੀਂ ਦਿੱਤੀ ਤਾਂ ਕੀ ਕਰਨਗੇ? ਉਹਨਾਂ ਕੋਲ ਆਪਸ਼ਨ ਬਚੇਗੀ ਫਿਰ ਜਿੱਥੇ ਬਾਰਡਰ ਤੇ ਰੋਕ ਲੈਣ, ਉੱਥੇ ਬਹਿ ਜਾਣਗੇ। ਹੁਣ ਹਰਿਆਣਾ ਸਰਕਾਰ ਕੀ ਇਸ ਮੁੱਦੇ ਤੇ ਕਰੇਗੀ? ਮੈਨੂੰ ਨਹੀਂ ਲੱਗਦਾ ਹਰਿਆਣਾ ਸਰਕਾਰ ਬਹੁਤ ਟਫ ਸਟੈਂਡ ਲਵੇ, ਕਿਉਂਕਿ ਹਰਿਆਣਾ ਸਰਕਾਰ ਜਿਵੇਂ ਉਹਨਾਂ ਨੂੰ ਬੜੌਦਾ ਹਲਕੇ ਤੋਂ ਹਾਰ ਹੋਈ ਨਾ, ਜਿਵੇਂ ਕਿਸਾਨੀ ਨੇ ਉੱਥੇ ਹਰਾਇਆ, ਠੀਕ ਹੈ, ਭਾਵੇਂ ਹੁੱਡਾ ਸਾਹਿਬ ਦਾ ਕਾਫੀ ਪ੍ਰਭਾਵ ਹੈਗਾ, ਪਰ ਫਿਰ ਵੀ ਇੱਕ ਸਰਕਾਰ ਹੈ, ਉਹ ਆਮ ਚੋਣਾਂ ਨਾਲੋਂ 5000 ਹੋਰ ਫਰਕ ਨਾ ਹਾਰੇ। ਇਸ ਦਾ ਮਤਲਬ ਕਿਸਾਨਾਂ ਦੇ ਵਿੱਚ, ਹਰਿਆਣੇ ਦੇ ਕਿਸਾਨਾਂ ਦੇ ਵਿੱਚ ਵੀ ਰੋਸ ਹੈ। ਇਸ ਕਰਕੇ ਜੇ ਕਿਸਾਨਾਂ ਦੇ ਉੱਪਰ ਕੋਈ ਇਹ ਧੱਕਾ ਕੀਤਾ ਜਾਏਗਾ ਤੇ ਕਿਸਾਨ ਹੋਰ ਇਕੱਠੇ ਹੋਣਗੇ। ਕਿਸਾਨ ਪੰਜਾਬ ਦੇ ਵੀ ਇਕੱਠੇ ਹੋ ਰਹੇ ਤੇ ਹਰਿਆਣੇ ਦੇ ਵੀ ਇਕੱਠੇ ਹੋ ਰਹੇ, ਮਤਲਬ ਇੰਨੇ ਦੇਸ਼ ਭਰ ਤੋਂ ਹੀ ਆਉਣਾ ਨਾ ਕਿਸਾਨਾਂ ਨੇ ਉੱਥੇ। ਉਹਦਾ ਦੇਸ਼ ਭਰ ਚੋਂ, ਯੂਪੀ ਚੋਂ ਆਉਣਗੇ, ਮੱਧ ਪ੍ਰਦੇਸ਼ ਚੋਂ ਆਉਣਗੇ, ਕਰਨਾਟਕਾ ਤੱਕ ਕਿਸਾਨ ਜਿਹੜੇ ਉਹ ਵੱਖ-ਵੱਖ ਸੂਬਿਆਂ ਤੋਂ ਆਉਣਗੇ ਤੇ ਮੇਰਾ ਖਿਆਲ 20-22 ਸੂਬਿਆਂ ਦੇ ਕਿਸਾਨ ਉੱਥੇ ਇਕੱਠੇ ਹੋਣਗੇ। ਦੂਜੇ ਸੂਬੇ ਕਿਉਂਕਿ ਦੂਰ ਹੈ, ਉਹਨਾਂ ਦੀ ਸੰਕੇਤਕ ਪਾਰਟੀਸਪੇਸ਼ਨ ਹੋਏਗੀ। ਮੇਜਰ ਪਾਰਟੀਸਪੇਸ਼ਨ ਪੰਜਾਬ, ਹਰਿਆਣਾ, ਯੂਪੀ ਦੇ ਕਿਸਾਨਾਂ ਦੀ ਹੋਣੀ ਹੈ, ਉੱਤਰ ਪੱਛਮੀ ਯੂਪੀ ਦੇ ਕਿਸਾਨਾਂ ਦੀ। ਇਸ ਕਰਕੇ ਮੈਨੂੰ ਲੱਗਦਾ ਕਿ ਉਸ ਦਿਨ ਜੇ ਨਹੀਂ 26 ਨੂੰ ਆਗਿਆ ਦਿੱਤੀ ਗਈ ਤੇ ਜਿਹੜੇ ਬਾਰਡਰ ਹੈ, ਯੂਪੀ ਬਾਰਡਰ ਨੋਇਡਾ ਵਾਲੇ ਪਾਸੇ, ਇੱਧਰੋਂ ਸਾਡੇ ਦੋ ਪਾਸੇ, ਇੱਧਰੋਂ ਇਹ ਜਿਹੜਾ ਦਿੱਲੀ ਨੂੰ ਲੱਗਦਾ ਇੱਕ ਪਾਸੇ ਗੁੜਗਾਉਂ ਵਾਲੇ ਪਾਸਿਓਂ, ਦੂਜਾ ਜਿਹੜਾ ਆਪਣਾ ਸੋਨੀਪਤ ਵਾਲੀ ਸਾਈਡ ਹੈ, ਇੱਧਰੋਂ ਜਿਹੜਾ ਬਾਰਡਰ ਲੱਗਦਾ, ਇਹ ਦੋਨਾਂ ਪਾਸਿਓਂ ਜਿਹੜੇ ਆ ਕਿਸਾਨ ਜਿਹੜੇ ਕਾਫੀ ਗਿਣਤੀ ਦੇ ਵਿੱਚ ਜਾਣਗੇ। ਤੇ ਮੇਰਾ ਖਿਆਲ ਉਸ ਦਿਨ ਜਿਹੜਾ ਉਸ ਤੇ ਦੇਖਣ ਵਾਲਾ ਹੋਏਗਾ ਜਿਹੜੇ ਬਾਰਡਰ ਹੈ ਉਸ ਤੇ ਕਿਸ ਕਿਸਮ ਦਾ ਹਾਲਤ ਹੁੰਦੀ ਹੈ। ਠੀਕ, ਤੇ ਅਸੀਂ ਅਗਲੇ ਮੁੱਦੇ ਵੱਲ ਆਪਣੇ ਵੱਲ ਵਧਦੇ ਹਾਂ। ਜਮੂ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਦਿਨਾਂ ਬੜੀ ਚਰਚਾ 'ਚ ਰਹੀ ਹੈ, ਖਾਸ ਕਰਕੇ ਜਦੋਂ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ 328 ਸਰੂਪ ਹੈ ਲਾਪਤਾ ਹੋਣ ਦਾ ਮਾਮਲਾ ਆਇਆ ਔਰ ਉਸ ਦੀ ਜਾਂਚ ਅਕਾਲ ਤਖਤ ਦੇ ਜਥੇਦਾਰ ਕੋਲੋਂ ਕਰਵਾਈ ਗਈ ਹੈ ਔਰ ਉਸ ਤੋਂ ਬਾਅਦ ਜਿਸ ਢੰਗ ਨਾਲ ਉਹ ਸਾਰੇ ਮਾਮਲੇ ਨੂੰ ਨਜਿੱਠਿਆ ਜਾ ਰਿਹਾ, ਉਹਦੇ ਨੂੰ ਲੈ ਕੇ ਵੀ ਕਾਫੀ ਚਰਚਾ ਰਹੀ ਹੈ। ਔਰ ਉਸ ਤੋਂ ਪਹਿਲਾਂ ਵੀ ਕਈ ਭ੍ਰਿਸ਼ਟਾਚਾਰ ਦੇ ਮਾਮਲੇ, ਕਈ ਘੁਟਾਲਿਆਂ ਦੇ ਮਾਮਲੇ ਜਿਹੜੇ ਹੈ ਸਾਹਮਣੇ ਆਏ ਆ, ਜਿਨ੍ਹਾਂ ਕਰਕੇ ਵਾਦ ਵਿਵਾਦ ਬੜਾ ਬਣਿਆ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ। ਤਾਂ ਹੁਣ ਬਕਾਇਦਾ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਦੇ ਜਿਹੜੇ ਹੈ ਇਹ ਸਥਾਪਨਾ ਦੀ ਸ਼ਤਾਬਦੀ ਦੇ ਜਿਹੜੇ ਸਮਾਰੋਹ ਹੈ ਉਹ ਸ਼ੁਰੂ ਕਰਤੇ ਆ। ਅਖੰਡ ਪਾਠ ਉਹਨਾਂ ਧਰਾਇਆ, ਕਿਉਂਕਿ 15 ਨਵੰਬਰ 1920 ਨੂੰ ਜਿਹੜੀ ਹੈ ਇਸ ਕਮੇਟੀ ਦੀ ਸਥਾਪਨਾ ਹੋਈ ਸੀ ਔਰ ਉਸ ਤੋਂ ਬਾਅਦ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਐਕਟ ਹੈ ਉਹ ਬਣਿਆ ਸੀਗਾ, ਜਿਸ ਦੇ ਤਹਿਤ ਹੁਣ ਤੱਕ ਜਿਹੜੇ ਹੈ ਪ੍ਰਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਿਆਂ ਦੇ ਚਲਾਏ ਜਾ ਰਹੇ ਆ। ਇਹਦੇ ਵਿੱਚ ਲਗਭਗ 400 ਦੇ ਕਰੀਬ ਗੁਰਦੁਆਰੇ ਹੈ ਜੰਮੂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਧੇ ਜਾਂ ਸਿੱਧੇ ਤੌਰ ਤੇ ਜਿਨ੍ਹਾਂ ਤੇ ਉਹਨਾਂ ਦਾ ਕੰਟਰੋਲ ਹੈਗਾ ਔਰ ਉਹਦੇ ਵਿੱਚ 80 ਤਾਂ ਇਤਿਹਾਸਿਕ ਗੁਰਦੁਆਰੇ ਹੈਗੇ ਆ। ਤਾਂ ਇਹ ਜਿਹੜੀ ਹੁਣ ਸ਼ਤਾਬਦੀ ਮਨਾ ਰਹੇ, ਕਿ ਇਹਦੇ ਵਿੱਚ ਲੱਗਦਾ ਹੈ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਜਿਸ ਤਰ੍ਹਾਂ ਤੁਸੀਂ ਅਕਾਲ ਤਖਤ ਦਾ ਇਹ ਵੀ ਜ਼ਿਕਰ ਕੀਤਾ ਸੀਗਾ ਕਿ ਸਿੱਖ ਸੰਸਥਾਵਾਂ ਦਾ ਜਿਹੜਾ ਵਕਾਰ ਸੀਗਾ ਉਸ ਨੂੰ ਸੱਟ ਵੱਜੀ ਹੈ, ਉਹਦੇ ਨਿਘਾਰ ਆਇਆ, ਤਾਂ ਕੀ ਇਸ ਵਰ੍ਹੇ ਦੇ ਵਿੱਚ ਜਦੋਂ ਸ਼ਤਾਬਦੀ ਵਰ੍ਹਾ ਮਨਾਇਆ ਜਾਏਗਾ ਕੋਈ ਸੰਭਾਵਨਾ ਨਜ਼ਰ ਆਉਂਦੀ ਹੈ ਸਿੱਖ ਆਗੂ ਕੋਈ ਇਸ ਤਰ੍ਹਾਂ ਦਾ ਕਦਮ ਚੁੱਕਣਗੇ ਜਿਹਦੇ ਨਾਲ ਕਿ ਉਹ ਸਾਰਾ ਵਕਾਰ ਜਿਹੜਾ ਖਰਾਬ ਹੋਇਆ ਉਹ ਦੁਬਾਰਾ ਬਹਾਲ ਹੋ ਸਕੇ? ਦੇਖੋ, ਸ਼੍ਰੋਮਣੀ ਕਮੇਟੀ ਦੀ ਸ਼ਤਾਬਦੀ ਆ ਰਹੀ ਹੈ, ਸ਼ਤਾਬਦੀ ਸ਼ੁਰੂ ਹੋ ਚੁੱਕੀ ਹੈ। ਜੀ ਜੀ, ਇਹ 15 ਨਵੰਬਰ 1920 ਨੂੰ ਬਣੀ ਸੀ ਨਾ, ਸ਼ਤਾਬਦੀ ਸ਼ੁਰੂ ਹੋ ਚੁੱਕੀ ਹੈ। 1920 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ। 1925 ਦੇ ਵਿੱਚ ਇਹਨੂੰ ਸਰਕਾਰੀ ਜਿਹੜੀ ਹੈ ਸਰਕਾਰੀ ਤੌਰ ਤੇ ਨੋਟੀਫਾਈ ਕਰ ਦਿੱਤਾ ਗਿਆ ਸੀਗਾ। 5 ਸਾਲਾਂ ਬਾਅਦ 1925 ਤੋਂ ਜਿਹੜਾ ਇਹ ਚੱਲਿਆ ਆ ਰਿਹਾ, ਮਤਲਬ ਅੱਜ 100 ਵਰ੍ਹਾ ਪੂਰਾ ਇਸ ਨੂੰ ਹੋ ਚੁੱਕਾ ਹੈ। ਇਸ ਕਰਕੇ ਜਦੋਂ ਕੋਈ ਵੀ ਸੰਸਥਾ ਜਿਹੜੀ ਹੈ ਆਪਣੀ ਸ਼ਤਾਬਦੀ ਮਨਾਉਂਦੀ ਆ, ਉਹ ਫਿਰ ਇਸ ਗੱਲ ਦੀ ਸਾਰੀਆਂ ਕਮੀਆਂ, ਕਮਜ਼ੋਰੀਆਂ, ਮਤਲਬ ਪਸਾਰ, ਸਟਰੈਂਥ, ਸ਼ਕਤੀ, ਮਤਲਬ ਸਾਰੇ ਗੱਲਾਂ ਦੇ ਉੱਪਰ ਜਾਇਜ਼ਾ ਲੈਂਦੀ ਹੈ, ਉਹਦਾ ਮੁਲਾਂਕਣ ਕਰਦੀ ਹੈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅੱਜ ਇਸ ਗੱਲ ਦੀ ਲੋੜ ਹੈ ਕਿ ਉਹ ਦੇਖੇ ਕਿ ਉਹਦੀਆਂ ਖਾਮੀਆਂ ਕਿੱਥੇ ਕਿੱਥੇ ਆ, ਖਾਮੀਆਂ ਕਿੰਨੀਆਂ ਵੱਧ ਗਈਆਂ। ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿੱਥੋਂ ਤੱਕ ਮਾਮਲਾ ਹੈਗਾ ਪ੍ਰਸਾਰ ਦਾ, ਜਿੱਥੋਂ ਤੱਕ ਉਹ ਸਿੱਖੀ ਦਾ ਪ੍ਰਚਾਰ ਦਾ, ਹੋਰ ਰਹਿਤ ਮਰਿਆਦਾ ਦਾ, ਮਤਲਬ ਕਾਫੀ ਪ੍ਰਚਾਰ ਕੀਤਾ ਜਾ ਰਿਹਾ, ਪਰ ਉਹਦਾ ਘਰ ਜਿਹੜਾ ਆਪਣਾ ਹੈ ਉਹਦੇ ਘਰ ਦੇ ਵਿੱਚ ਮੋਰੀਆਂ ਹੋ ਚੁੱਕੀਆਂ, ਉਹਦੇ 'ਚ ਕਰਪਸ਼ਨ ਹੋ ਗਈ ਆ। ਮਤਲਬ ਛੋਟੇ ਛੋਟੇ ਕੰਮਾਂ ਦੇ ਵਿੱਚ ਕਰਪਸ਼ਨ ਹੋਣ ਲੱਗ ਗਿਆ। ਜਦੋਂ ਲਾਕਡਾਊਨ ਸੀ ਉਦੋਂ ਹੀ ਦੇਖੋ ਲੰਗਰ ਦੇ ਘਟਾਲਾ ਜਿਹੜਾ ਸਾਹਮਣੇ ਆਇਆ ਅਨੰਦਪੁਰ ਸਾਹਿਬ, ਬਹੁਤ ਸਾਰੇ ਮਾਮਲਿਆਂ ਦੇ ਵਿੱਚ ਘਟਾਲੇ ਆ ਰਹੇ। ਉਹ ਕਮੇਟੀ ਦਾ ਕੀ ਹਸ਼ਰ ਹੋ ਸਕਦਾ, ਮਤਲਬ ਕੀ ਹਾਲਤ ਹੋ ਸਕਦੀ ਆ? ਜਿਹੜਾ ਸਭ ਤੋਂ ਉਹਦਾ ਆਸਥਾ ਦਾ ਜਿਹੜਾ ਕੇਂਦਰ ਹੈ ਉਹ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹਦੇ ਪਾਵਨ ਸਰੂਪ ਹੀ ਜਿਹੜੇ ਆ ਲਾਪਤਾ ਹੋ ਜਾਣ। ਪਹਿਲਾਂ 267 ਦੀ ਗੱਲ ਹੋਈ, ਫਿਰ 328 ਦੀ ਹੋਈ, ਜੇ ਹੋਰ ਜਿਹੜੇ 125 ਇੱਕ ਵਾਰੀ ਵੱਧ ਛਪਾਏ ਗਏ, 65 ਇੱਕ ਵਾਰੀ ਵੱਧ ਛਪਾਏ ਗਏ,
ਮਤਲਬ ਇਹਨਾਂ ਦੀ ਗਿਣਤੀ 453 ਬਣ ਜਾਂਦੀ ਹੈ। ਨਹੀਂ ਜੰਮੂ ਜੀ, ਬਕਾਇਦਾ ਜਿਹੜੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਆ ਭਾਈ ਰਣਜੀਤ ਸਿੰਘ, ਉਹਨਾਂ ਤਾਂ ਉੱਥੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੱਗੇ ਜਾ ਕੇ ਧਰਨਾ ਲਾ ਕੇ ਗੱਲ ਕਹੀ ਹੈ ਕਿ ਮੈਂ ਇਹਦੇ ਲਈ ਖੁੱਲੀ ਬਹਿਸ ਕਰਨ ਨੂੰ ਤਿਆਰ ਹਾਂ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਜਾਏ, ਅਕਾਲ ਤਖਤ ਦਾ ਜਥੇਦਾਰ ਆ ਜਾਏ, ਜੋ ਵੀ ਜਾਂਚ ਹੋਈ ਹੈ ਜਾਂਚ 'ਚ ਸਹੀ ਗੱਲਾਂ ਸਾਹਮਣੇ ਨਹੀਂ ਲਿਆਂਦੀਆਂ ਗਈਆਂ, ਸਹੀ ਜਿਹੜੇ ਦੋਸ਼ੀ ਸੀਗੇ ਉਹਨਾਂ ਦਾ ਕਿਤੇ ਵੀ ਜ਼ਿਕਰ ਨਹੀਂ ਆਇਆ। ਉਹਨਾਂ ਦਾ ਤਾਂ ਸਿੱਧਾ ਜਿਹਾ ਕਹਿਣਾ ਜੀ, ਉਹਨਾਂ ਦਾ ਕਹਿਣਾ ਜਿਹੜੇ ਮਰਹੂਮ ਪ੍ਰਧਾਨ ਸੀਗੇ ਅਵਤਾਰ ਸਿੰਘ ਮੱਕੜ, ਉਹਨਾਂ ਦੇ ਪੀਏ ਨੂੰ ਬੁਲਾ ਲਓ। ਮੱਕੜ ਸਾਹਿਬ ਤਾਂ ਹੁਣ ਰਹੇ ਨਹੀਂ ਇਸ ਸੰਸਾਰ 'ਚ, ਜੀ ਜੀ, ਉਹਨਾਂ ਦੇ ਪੀਏ ਨੂੰ ਬੁਲਾ ਲਓ। ਮੌਜੂਦਾ ਜਿਹੜੇ ਪ੍ਰਧਾਨ ਆ ਉਹਨਾਂ ਨੂੰ ਬੁਲਾ ਲਓ, ਉਹਨਾਂ ਦੇ ਪੀਏ ਨੂੰ ਬੁਲਾ ਲਓ। ਇਹ ਪਰਚੀਆਂ ਜਿਹੜੀਆਂ ਇਹਨਾਂ ਰਾਹੀਂ ਜਾਂਦੀਆਂ ਸੀ, ਉਹਨਾਂ ਪਰਚੀਆਂ ਦੇ ਉੱਪਰ ਜਿਹੜੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਵੈਸੇ ਤਾਂ ਦੇਖੋ 42ਵੇਂ ਪ੍ਰਧਾਨ ਨੇ ਗੋਬਿੰਦ ਸਿੰਘ ਲੌਂਗੋਵਾਲ ਜੀ, ਪਰ ਤੁਸੀਂ ਦੇਖੋ ਕਿ ਪਿਛਲੇ ਇੰਨੇ ਪ੍ਰਧਾਨ ਰਹੇ, ਉਹਨਾਂ ਦੇ ਬਾਰੇ ਕਿਸੇ ਤਰ੍ਹਾਂ ਵੀ ਇਸ ਤਰ੍ਹਾਂ ਦੀ ਉਂਗਲੀ ਨਹੀਂ ਉੱਠੀ ਹੈਗੀ। ਦੇਖੋ ਇਹ ਉਂਗਲੀ ਉਦੋਂ ਉੱਠਣ ਲੱਗੀ, ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਪ੍ਰਾਈਵੇਟਲੀ ਛਾਪਦੇ ਸੀਗੇ, ਉਹ ਕੋਈ ਵੀ ਉੱਥੋਂ ਇੱਕ ਮਿਨੀਮਮ ਉਹਦੀ ਕੀਮਤ ਅਦਾ ਕਰਕੇ ਭਾਈ ਜੀਵਨ ਸਿੰਘ ਚਤਰ ਸਿੰਘ ਹੁਣੀ ਛਾਪਦੇ ਸੀਗੇ ਜਾਂ ਇੱਕ ਹੋਰ ਸੰਸਥਾ ਛਾਪਦੀ, ਉਹਨਾਂ ਕੋਲੋਂ ਲੈ ਸਕਦੇ ਸੀ। ਮਤਲਬ ਉਹ ਤੋਂ ਬਾਅਦ ਇੱਕ ਸਟੇਜ 'ਤੇ ਆ ਕੇ ਇੱਕ ਪੜਾਅ 'ਤੇ ਆ ਕੇ ਇਹ ਬੰਦ ਕਰ ਦਿੱਤਾ ਗਿਆ। ਅਤੇ ਫਿਰ ਇਹ ਹੋਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਇਹ ਜਿਹੜੇ ਇਹ ਆਪਣੇ ਸਰੂਪ ਛਾਪਣੇ ਸ਼ੁਰੂ ਕਰ ਦਿੱਤੇ। ਉਦੋਂ ਬਾਅਦ ਇੱਕ ਮਰਿਆਦਾ ਬਣੀ ਵੀ ਕਿਵੇਂ ਇਹਨਾਂ ਨੂੰ ਲਿਜਾਇਆ ਜਾਏਗਾ, ਕਿਵੇਂ ਇਹਨਾਂ ਦੀ ਸਥਾਪਨਾ ਕੀਤੀ ਜਾਏਗੀ। ਜੇ ਤੁਸੀਂ ਪਰਚੀਆਂ ਤੇ ਦਿੰਦੇ ਤਾਂ ਉਹ ਜਿਹੜੀ ਬਣਾਈ ਹੋਈ ਸਥਾਪਨਾ ਇੱਕ ਤਾਂ ਉਹ ਟੁੱਟ ਗਈ ਜੀ ਜੀ, ਵੀ 5 ਪਿਆਰੇ ਸਥਾਪਿਤ ਕਰਨਗੇ, ਮਤਲਬ ਤੁਸੀਂ ਇੱਕ ਪਰਚੀ ਤੇ ਦੇਣਾ ਸ਼ੁਰੂ ਕਰਤਾ। ਇਸ ਕਰਕੇ ਭਾਈ ਰਣਜੀਤ ਸਿੰਘ ਦੀ ਇਹ ਗੱਲ 'ਚ ਵਜਨ ਹੈ, ਮਤਲਬ ਵੀ ਇਹ ਮੇਰੇ ਨਾਲ ਸਾਹਮਣੇ ਤੁਸੀਂ ਬਹਿਸ ਕਰੋ, ਗੋਬਿੰਦ ਸਿੰਘ ਲੌਂਗੋਵਾਲ ਜੀ ਕਰ ਲੈਣ, ਸ਼੍ਰੀ ਅਕਾਲ ਤਖਤ ਦੇ ਜਥੇਦਾਰ ਕਰਨਾ ਚਾਹੁੰਦੇ ਉਹ ਕਰ ਲੈਣ, ਮੈਂ ਉੱਥੇ ਦੱਸ ਦਿਆਂ ਕਿ ਵੀ ਆਹ ਹਾਲੇ ਦਾ ਇਹਨਾਂ ਨੂੰ ਬੁਲਾਓ, ਇੱਥੇ ਜਿਹੜੀਆਂ ਇਹਨਾਂ ਨੇ ਪਰਚੀਆਂ ਲੈ ਲਈਆਂ ਉਹ ਲਿਆਉਣ, ਉਹਦੇ ਤੋਂ ਪਤਾ ਲੱਗ ਜਾਊਗਾ ਕਿਹਦੀਆਂ ਪਰਚੀਆਂ ਨੇ, ਮਤਲਬ ਇਹਨਾਂ ਤੋਂ ਇਲਾਵਾ ਕਿਹੜੇ ਆਗੂਆਂ ਨੇ ਪਰਚੀਆਂ ਦਿੱਤੀਆਂ। ਇਸ ਕਰਕੇ ਸਰੂਪ ਕਿੱਥੇ ਗਿਆ ਸਹਿਜੇ ਪਤਾ ਲਾਇਆ ਜਾ ਸਕਦਾ। ਇਸ ਕਰਕੇ ਇਸ ਮਾਮਲੇ ਨੂੰ ਇਹਨਾਂ ਨੇ 5 ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਖਤਮ ਕਰਤੀ ਆ, 5 ਨੂੰ ਸਸਪੈਂਡ ਕਰਤਾ। ਉਹ ਕਹਿੰਦੇ ਵੀ ਇਹ ਅਸਲ 'ਚ ਇਹ ਦੋਸ਼ੀ ਨਹੀਂ, ਦੋਸ਼ੀ ਕੋਈ ਹੋਰ ਹੈ। ਜੀ ਜੀ ਜੀ, ਇਸ ਕਰਕੇ ਜਿੰਨਾ ਚਿਰ ਉਹਨਾਂ ਨੂੰ ਸਜ਼ਾ ਮਿਲਦੀ ਉਹਨਾਂ ਚਿਰ ਮਾਮਲਾ ਹੱਲ ਨਹੀਂ ਹੋ ਸਕਦਾ। ਇੱਥੇ ਹੀ ਸਾਡੇ ਹੁਣ ਸ਼ੋਅ ਦਾ ਸਮਾਂ ਸਮਾਪਤ ਹੋ ਰਿਹਾ, ਤੇ ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਅਹਿਮ ਘਟਨਾਵਾਂ ਵਾਪਰੀਆਂ ਪਿਛਲੇ 2 ਦਿਨਾਂ ਦੇ ਦੌਰਾਨ, ਜਦੋਂ ਅਸੀਂ ਤੁਹਾਡੇ ਨਾਲ ਆਪਣੇ ਪ੍ਰੋਗਰਾਮ 'ਚ ਨਹੀਂ ਆਏ, ਕਿਉਂਕਿ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਚੱਲਦਾ ਹੈ ਤੇ ਇਸੇ ਸਮੇਂ ਦੇ ਉੱਤੇ ਹੁੰਦਾ ਹੈ ਤੇ ਲਾਈਵ ਹੁੰਦਾ ਹੈ, ਤੇ ਤੁਸੀਂ ਇਸ ਪ੍ਰੋਗਰਾਮ 'ਚ ਜੁੜ ਕੇ ਬਕਾਇਦਾ ਆਪਣੀ ਗੱਲ ਵੀ ਕਹਿ ਸਕਦੇ ਹੋ। ਅੱਜ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਜਿਹੜਾ ਸਥਾਪਤੀ ਸ਼ਤਾਬਦੀ ਜਿਹੜੀ ਹੈ ਮਨਾਉਣ ਦੇ ਲਈ ਅਖੰਡ ਪਾਠ ਰਖਾਏ ਆ, ਉਹਨਾਂ ਦੇ ਭੋਗ ਪੈਣੇ ਆ ਪਰਸੋਂ, ਔਰ ਉਹ ਸਾਰੇ ਦੇ ਵਿੱਚ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰਦੀ ਹੈ, ਕਿਸ ਤਰ੍ਹਾਂ ਦੇ ਕਦਮ ਚੁੱਕਦੀ ਹੈ, ਜੋ ਕੁਛ ਉਹਨਾਂ 'ਤੇ ਜਿਸ ਤਰ੍ਹਾਂ ਦੇ ਦੋਸ਼ ਲੱਗ ਰਹੇ ਆ ਉਹ ਸਾਰੀ ਦੇਖਣ ਵਾਲੀ ਗੱਲ ਹੈ। ਤਾਂ ਇੱਥੇ ਹੀ ਅਸੀਂ ਆਪਣਾ ਸ਼ੋਅ ਸਮਾਪਤ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਨੂੰ ਦਿਓ ਆਗਿਆ।